वाहिगुरु जी का खालसा, वाहिगुरु जी की फतेह। साध संगत इस गुरु नानक दे दरबार दे विच सारिਆਂ ਨੂੰ जी आया ਨੂੰ। मन दी विचार सिख हंस सरवर इकट्ठे होए, सतगुर के हुक्मावे, रतन पदारथ मानक सरवर, भरपूरा खाए खर्च रहे टोट ना आवे। सरवर हंस दूर ना होए, करते एवै भावै, जन नानक जिस ते मस्तक भाग तुर लिखिया, सो सिख गुरु पै आवे। आप तलिया कुटुंब सब तारै, सभा शिष्ट छड़ावे। गुरु नानक दे इस संगत रूपी हंसां दी टोली गुरु दे दर्शनां वास्ते बलिहारी गुर अपने त्योहारी सदवार, जिन मानस ते देवते किए करत ना लागी वार। जे स्यो चंदा उगवै सूरज चढ़े हजार, इते चानन होंदियां गुर बिन कोर अंधार। गुर सागर रत्नी भरपूर, गुरु दे बिना अंधियार है गए। गुरु सागर है, गुरु सागर रत्नी भरपूरे, अमृत संत चुगै नहीं दूरे। हर रस चोग चुगै प्रभ भावै, सरवर मैं हंस प्राण पथ पावै। क्यों बग बपड़ा छपड़ी नाए, किचड़ डूबे मैल ना जाए। छपड़ी विच असी बगले होके नहा रहे हाँ, लेकिन अंतर उठी उस बगले तो कांकों हंस करे। ये गुरु जो सागर रूप है, विच हंस बन के असे गुरु दी वो गहराई तो बगले तो हंस बनने की कोशिश यतन करिए। कि गुरु विचार अज दा जो मानस जन्म दुर्लभ है, मिले ना बारो बार। एदे उपर मेरे वीर जी, वीर सरवणजीत सिंह जी, जिन्होंने पहली बारी सांझ की सी, उन्हें दूसरी बारी अगे थानू सांझ करके लेके जा रहे हैं कि भाई मानुष जन्म दे विच तू की करन आया है और तेरा सच का निबेड़ा किस तरह होएगा। अवल टू वीर जी, तुसी अज अपनी सांझ करो और सानू वो रस्ता मार्ग गुरु दा गुरु उपदेश दियो, ताकि गुरु दी विजडम नाई असी गुरु दे दर्शन कर पाइए। वाहिगुरु जी का खालसा, वाहिगुरु जी की फतेह। और वेलकम टू यू वीर जी, प्लीज। एक बार समूह साध संगत नूं फिर तो वाहिगुरु जी का खालसा, वाहिगुरु जी की फतेह प्रवान करो। वाहिगुरु जी की फतेह। पीरो ते भैणों, वाहिगुरु जी की खालसा, वाहिगुरु जी की फतेह। ਅਸੀਂ ਜਿਵੇਂ ਕਿ ਲਾਸਟ ਸੈਟਰਡੇ ਨੂੰ ਇਹ ਪ੍ਰੋਗਰਾਮ ਜਦੋਂ ਟੌਪਿਕ ਲਿਆ ਸੀ ਮਾਨਸ ਜਨਮ ਦੁਰਲਭ ਹੈ, ਤੇ ਇਹਨੂੰ ਅਸੀਂ ਦੋ ਪਾਰਟਸ ਦੇ ਵਿੱਚ ਡਿਵਾਈਡ ਕੀਤਾ ਸੀ। ਪਾਰਟ 1 ਸੀ ਬਿਯੋਂਡ ਦਾ ਅਰਥ, ਮਤਲਬ ਕਿ ਅਸੀਂ ਪਿੱਛੇ ਮੁੜ ਕੇ ਦੇਖਣਾ ਚਾਹ ਰਹੇ ਹਾਂ ਕਿ ਇਹ ਸ੍ਰਿਸ਼ਟੀ ਦੀ ਸ਼ੁਰੂਆਤ ਕਿਸ ਤਰ੍ਹਾਂ ਔਰ ਕਿੱਥੇ ਹੋਈ। ਉਸ ਤੋਂ ਬਾਅਦ ਬਹੁਤ ਸਾਰੇ ਐਸੇ ਸਵਾਲ ਸਨ ਸ੍ਰਿਸ਼ਟੀ ਨਾਲ ਰਿਲੇਟਡ, ਜਿਨ੍ਹਾਂ ਦਾ ਅਸੀਂ ਜਵਾਬ ਜਾਣਨ ਦੀ ਕੋਸ਼ਿਸ਼ ਕੀਤੀ। ਇੱਕ ਵਾਰ ਹਲਕਾ ਜਿਹਾ ਰੀਕੈਪਚੁਲੇਟ ਕਰ ਲੈਂਦੇ ਹਾਂ। ਜੋ ਲਾਸਟ ਵੀਕ ਅਸੀਂ ਡਿਸਕਸ ਕੀਤਾ ਹੈ ਉਹ ਸੀ ਆਵਰ ਔਰੀਜਨ, ਕਿ ਯੂਨੀਵਰਸ ਬਣਨ ਤੋਂ ਪਹਿਲੇ ਕੀ ਸੀ, ਔਰ ਡਿਫਰੈਂਸ ਬਿਟਵੀਨ ਸਪੇਸ ਐਂਡ ਐਮਪਟੀਨੈਸ ਅਸੀਂ ਡਿਸਕਸ ਕੀਤਾ। ਫਿਰ ਅਸੀਂ ਗੱਲ ਕੀਤੀ ਸੀ ਕ੍ਰੀਏਸ਼ਨ ਆਫ ਯੂਨੀਵਰਸ ਦੇ ਬਾਰੇ, ਜਿਹਦੇ ਕਿ ਬਾਜੀਗਰ ਡੰਕ ਬਜਾਈ ਸ਼ਬਦ ਹੈ ਕਬੀਰ ਜੀ ਦਾ, ਉਹਦੇ ਤੋਂ ਅਸੀਂ ਸੇਧ ਲਈ ਹੈ। ਫਿਰ ਅਸੀਂ ਐਕਸਪੈਂਸ਼ਨ ਆਫ ਯੂਨੀਵਰਸ ਦੇ ਬਾਰੇ ਵੀ ਡਿਸਕਸ ਕੀਤਾ, ਔਰ ਉਹਦੇ ਵਿੱਚ ਅਸੀਂ ਆਡਾਣੇ ਆਕਾਸ਼ ਟਿਪੀਕਲੀ ਐਸੇ ਵਰਡਸ ਹੈ ਜੋ ਬਾਣੀ ਵਿੱਚ ਆਉਂਦੇ हैं और ਸਾਨੂੰ ਉਹਨਾਂ ਦਾ ਮੀਨਿੰਗ ਪਤਾ ਹੋਣਾ ਚਾਹੀਦਾ, ਕਿਉਂਕਿ ਬਾਣੀ 'ਚ ਐਸੇ ਬਹੁਤ ਸਾਰੇ ਸ਼ਬਦ ਹੈ ਜੋ ਕਿ ਅਰਥ ਤੋਂ ਬਿਯੋਂਡ ਦੇ ਵਿਚਕਾਰ ਜੋ ਸ੍ਰਿਸ਼ਟੀ ਵਿੱਚ ਹੋ ਰਿਹਾ ਉਹਦੇ ਨਾਲ ਰਿਲੇਟਿਡ ਵੀ ਹਨ। ਫਿਰ ਅਸੀਂ ਗੱਲ ਕੀਤੀ ਸੀ ਲਾਈਫ ਬਿਯੋਂਡ ਅਰਥ, ਕਿ ਦੂਸਰੀਆਂ ਜਗ੍ਹਾ ਤੇ ਕਿੱਥੇ ਲਾਈਫ ਹੈ ਜਾਂ ਨਹੀਂ, ਇਹਦੇ 'ਚ ਬਾਣੀ ਦੇ ਕੀ ਵਿਚਾਰ ਹਨ। ਉਸ ਤੋਂ ਬਾਅਦ ਅਸੀਂ ਮਲਟੀਵਰਸ ਥਿਊਰੀ ਬਾਰੇ ਗੱਲ ਕੀਤੀ ਕਿ ਸਿਰਫ ਕਿ ਇੱਕੋ ਯੂਨੀਵਰਸ ਹੈ ਕਿ ਬਹੁਤ ਸਾਰੇ ਯੂਨੀਵਰਸਿਸ ਨੇ, ਤੇ ਗੁਰਬਾਣੀ ਦੇ ਹਿਸਾਬ ਨਾਲ ਕੋਟ ਬ੍ਰਹਮੰਡ ਕੋ ਠਾਕੁਰ ਸੁਆਮੀ ਸਰਬ ਜੀਆਂ ਕਾ ਦਾਤਾਰੇ। ਬ੍ਰਹਮੰਡ ਵੀ ਇੱਕ ਨਹੀਂ ਹੈ, ਬ੍ਰਹਮੰਡ ਵੀ ਅਣਗਿਣਤ ਹਨ।
ਤੇ ਫਿਰ ਅਸੀਂ ਗੱਲ ਕੀਤੀ ਸੀ ਮੂਨਲਾਈਟ ਦੇ ਬਾਰੇ, ਜੋ ਕਿ ਮੂਨ ਦੀ ਆਪਣੀ ਲਾਈਟ ਨਹੀਂ ਹੈ, ਉਹ ਸੂਰਜ ਤੋਂ ਲੈਂਦਾ, ਉਹਦੇ ਬਾਰੇ ਬਾਣੀ 'ਚ ਪ੍ਰਕਾਸ਼ ਹੈ। ਗ੍ਰੈਵਿਟੇਸ਼ਨ ਪ੍ਰਿੰਸੀਪਲ ਬਾਰੇ ਗੱਲ ਕੀਤੀ ਸੀ, ਨਿਊਕਲੀਅਰ એનર્ਜੀ ਬਾਰੇ ਗੱਲ ਕੀਤੀ ਸੀ, ਔਰ ਇਸ ਕ੍ਰੀਏਸ਼ਨ ਇਜ਼ ਸਾਈਕਲਿਕ, ਮਤਲਬ ਕਿ ਇਹ ਬਾਰ-ਬਾਰ ਹੁੰਦਾ ਹੈ, ਜਿਵੇਂ ਕਿ ਬਾਣੀ 'ਚ ਵੀ ਲਿਖਿਆ ਕਈ ਬਾਰ ਪਸਰਿਓ ਪਾਸਾਰ। ਤੇ ਅਸੀਂ ਉਹ ਸ਼ਬਦ ਲਏ ਸਨ, ਔਰ ਸਾਇੰਸ ਦੀ ਸੇਧ ਔਰ ਬਾਣੀ ਦੀ ਸੇਧ ਵਿੱਚ ਅਸੀਂ ਇਹ ਸਮਝਣ ਦੀ ਕੋਸ਼ਿਸ਼ ਕੀਤੀ ਸੀ ਕਿ ਬਿਯੋਂਡ ਦਾ ਅਰਥ ਯੂਨੀਵਰਸ ਦੇ ਵਿਚਕਾਰ ਕੀ ਕੁਝ ਹੋ ਰਿਹਾ, ਜਿਹਦੇ ਪਤਾ ਹੋਣ ਨਾਲ ਕਈ ਵਾਰ ਸਾਨੂੰ ਬਾਣੀ ਸਮਝਣਾ ਬਹੁਤ ਆਸਾਨ ਹੋ ਜਾਂਦਾ ਹੈ। ਤੇ ਅਸੀਂ ਅੱਜ ਸਟਾਰਟ ਕਰਨ ਜਾ ਰਹੇ ਹਾਂ ਪਾਰਟ 2, ਜਿਹਦੇ ਵਿੱਚ ਕਿ ਅਸੀਂ ਮੇਨਲੀ ਡਿਸਕਸ ਕਰਾਂਗੇ ਇਵੋਲੂਸ਼ਨ ਬਾਰੇ ਔਰ ਲਾਈਫ ਦੇ ਬਾਰੇ। ਔਰ ਇਹ ਸਬਜੈਕਟ ਵੀ ਬਹੁਤ ਜ਼ਿਆਦਾ ਸਾਡੇ ਲਈ ਇੰਪੋਰਟੈਂਸ ਰੱਖਦਾ ਹੈ, ਕਿਉਂਕਿ ਕਿਤੇ ਨਾ ਕਿਤੇ ਅਸੀਂ ਜਾਗਰੂਕ ਮਨੁੱਖ ਹੁੰਦੇ ਹੋਏ, ਆਪਣੀਆਂ ਜਿਗਿਆਸਾ ਰੱਖਦੇ ਹੋਏ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਆਫਟਰ ਆਲ ਇਹ ਲਾਈਫ ਹੈ ਕੀ ਹੈ, ਇਸ ਲਾਈਫ ਦੀ ਕੀ ਬੈਕਗਰਾਉਂਡ ਹੈ, ਇਹਦੇ ਬਾਰੇ ਸਾਨੂੰ ਕੀ ਐਜ਼ ਅ ਬੇਅਰ ਮਿਨੀਮਮ ਪਤਾ ਵੀ ਹੋਣਾ ਚਾਹੀਦਾ ਹੈ। ਤੇ ਅਸੀਂ ਹੁਣ ਲੈਂਦੇ ਹਾਂ ਇਹ ਟੌਪਿਕ ਇਵੋਲੂਸ਼ਨ ਐਂਡ ਲਾਈਫ। ਤੇ ਇਸ ਦੇ ਵਾਸਤੇ ਜੋ ਸਭ ਤੋਂ ਪਹਿਲਾਂ ਹੈ, ਸਾਨੂੰ ਇੱਕ ਜੋ ਸਮਝਣ ਦੀ ਲੋੜ ਹੈ, ਉਹ ਸਾਇੰਸ ਦੇ ਬੇਸਿਸ ਤੇ ਅਸੀਂ ਕਾਸਮਿਕ ਕੈਲੰਡਰ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਇਸ ਤੋਂ ਬਾਅਦ ਦੇ ਜਿਤਨੇ ਵੀ ਇਵੈਂਟਸ ਹੈ ਉਹ ਕਿਤੇ ਨਾ ਕਿਤੇ ਇਸ ਕਾਸਮਿਕ ਕੈਲੰਡਰ ਤੋਂ ਸਾਨੂੰ ਇੱਕ ਕਾਫੀ ਕਲੈਰਿਟੀ ਮਿਲਦੀ ਹੈ। ਔਰ ਜਿਤਨੀਆਂ ਵੀ ਸਾਇੰਸ ਦੀਆਂ ਫਰਦਰ ਡਿਸਕਵਰੀਜ਼ ਹੋਈਆਂ ਔਰ ਸਾਇੰਸ ਨੇ ਜਿਤਨੇ ਵੀ ਨਵੇਂ ਕਨਸੈਪਟ ਐਕਸਪਲੇਨ ਕੀਤੇ हैं, ਉਹ ਜਾ ਕੇ ਕਿਤੇ ਨਾ ਕਿਤੇ ਉਹਦੀਆਂ ਤਾਰਾਂ ਕਾਸਮਿਕ ਕੈਲੰਡਰ ਦੇ ਨਾਲ ਜੁੜੀਆਂ ਹੋਈਆਂ ਹਨ। ਇਹ ਜੋ ਕਾਸਮਿਕ ਕੈਲੰਡਰ ਹੈ, ਇਹ ਸਮਝਣਾ ਬਹੁਤ ਮੁਸ਼ਕਿਲ ਨਹੀਂ ਹੈ, ਪਰ ਫਿਰ ਥੋੜੀ ਜਿਹੀ ਕੰਸੈਂਟਰੇਸ਼ਨ ਦੀ ਜ਼ਰੂਰਤ ਹੋਏਗੀ। ਤੇ ਸਭ ਤੋਂ ਪਹਿਲਾਂ ਅਸੀਂ ਇਹ ਸਮਝੀਏ ਕਿ ਜੋ ਸਕੇਲਿੰਗ ਕਿਹਨੂੰ ਕਹਿੰਦੇ ਆ, ਸਕੇਲਿੰਗ ਦਾ ਟਾਈਮ ਪੀਰੀਅਡ, ਕਿ ਜੋ 1380 ਕਰੋੜ ਸਾਲ ਦਾ ਪੀਰੀਅਡ ਹੈ ਸਾਇੰਸ ਦੇ ਹਿਸਾਬ ਨਾਲ। ਗੁਰਮਤ ਦੇ ਹਿਸਾਬ ਨਾਲ ਅਸੀਂ ਗੱਲ ਕਰਾਂਗੇ। ਸਾਇੰਸ ਦੇ ਹਿਸਾਬ ਨਾਲ 1380 ਕਰੋੜ ਸਾਲ ਪਹਿਲੇ ਜੋ ਬਿਗ ਬੈਂਗ ਹੋਇਆ, ਤੇ ਉਸ ਪੀਰੀਅਡ ਨੂੰ ਅਸੀਂ ਆਪਣੀ ਸੋਚ ਦੇ ਵਿਚਕਾਰ ਅਸੀਂ ਕੰਪਰੀਹੈਂਡ ਨਹੀਂ ਕਰ ਸਕਦੇ, ਉਹਨੂੰ ਅਸੀਂ ਕਨਸੈਪਚੁਅਲਾਈਜ਼ ਨਹੀਂ ਕਰ ਸਕਦੇ। 1380 ਕਰੋੜ ਇਤਨਾ ਵੱਡਾ ਨੰਬਰ ਹੈ ਕਿ ਸਾਡੀ ਜੋ ਇਨਸਾਨ ਅਸੀਂ ਡੇ ਟੂ ਡੇ ਲਾਈਫ ਵਿੱਚ ਜਦੋਂ 5, 7, 10 ਦੀ ਗੱਲ ਹੁੰਦੀ ਹੈ ਤੇ ਬੜੇ ਆਰਾਮ ਨਾਲ ਅਸੀਂ ਵਿਜ਼ੂਅਲਾਈਜ਼ ਕਰ ਲਈਦਾ। ਜਦੋਂ 100 ਦੀ ਗੱਲ ਕਰਦੇ ਹਾਂ ਤੇ 100 ਬੰਦੇ ਸਨ ਤੇ ਕਿਤਨੇ ਸਨ, ਥੋੜਾ ਜਿਹਾ ਧੁੰਦਲਾ ਹੋਣਾ ਸ਼ੁਰੂ ਹੁੰਦਾ ਹੈ। 1000 ਲੱਖ ਤੱਕ ਚਲਦੇ ਚਲਦੇ ਹੋਰ ਵੀ ਜ਼ਿਆਦਾ ਇਹ ਵੇਗ ਹੋ ਜਾਂਦਾ ਨੰਬਰ ਸਾਡੇ ਮਾइंड ਵਿੱਚ, ਉਹਦੀ ਇਤਨੀ ਕਲੈਰਿਟੀ ਨਹੀਂ ਹੁੰਦੀ। ਔਰ ਕਰੋੜ ਕਿਤਨੇ ਹੁੰਦੇ, ਅਗਰ ਮੇਰੇ ਸਾਹਮਣੇ ਕਰੋੜ ਬੰਦੇ ਖੜੇ ਹੋਣ ਤੇ ਕੀ ਮੈਂ ਕਹਿ ਸਕਦਾ 1 ਕਰੋੜ ਨੇ ਜਾਂ 80 ਲੱਖ ਨੇ ਜਾਂ 20 ਲੱਖ ਨੇ, ਉਹ ਸਾਨੂੰ ਕਨਸੈਪਟ ਦੇ ਅੰਦਰ ਲਿਆਣਾ ਬਹੁਤ ਡਿਫਿਕਲਟ ਹੁੰਦਾ। ਔਰ ਜਦੋਂ 1380 ਕਰੋੜ ਸਾਲ ਦੀ ਅਸੀਂ ਗੱਲ ਕਰਾਂਗੇ ਤੇ ਉਹ ਸਾਨੂੰ ਇਹ ਸਮਝ ਪਾਣਾ ਵੀ ਬਹੁਤ ਮੁਸ਼ਕਿਲ ਹੋਏਗਾ ਕਿ ਕੀ ਚੀਜ਼ ਕਿਸ ਟਾਈਮ ਤੇ ਹੋ ਰਹੀ ਸੀ। ਤੇ ਇਹਦੇ ਲਈ ਕੀ ਹੋਇਆ ਕਿ ਕਾਰਲ ਸਾਗਨ ਨੇ ਇਹਨੂੰ ਸਕੇਲ ਡਾਊਨ ਕੀਤਾ ਤੇ ਇਹ ਕਿਹਾ ਕਿ ਇਹ ਮੰਨ ਲਈਏ ਇਹ 1380 ਕਰੋੜ ਸਾਲ ਦਾ ਪੀਰੀਅਡ ਸਿਰਫ 1 ਸਾਲ ਦਾ। ਔਰ ਜੋ 1 ਸਾਲ ਦਾ ਪੀਰੀਅਡ ਹੈ ਉਹ ਅਸੀਂ ਕਿਤੇ ਨਾ ਕਿਤੇ ਆਪਣੇ ਮਾइंड ਦੇ ਵਿੱਚ ਇੱਕ ਪਿਕਚਰ ਬਣਾ ਲੈਂਦੇ ਹਾਂ, ਔਰ ਹਰ ਮਹੀਨੇ ਦੇ ਹਿਸਾਬ ਨਾਲ ਅਸੀਂ ਸੋਚ ਸਕਦੇ ਹਾਂ ਕਿ ਕਿਸ ਟਾਈਮ ਤੇ ਕੀ ਹੋ ਰਿਹਾ ਸੀ। तो 1380 ਕਰੋੜ ਸਾਲ ਨੂੰ ਜਦੋਂ ਸਕੇਲ ਡਾਊਨ ਕੀਤਾ ਗਿਆ ਤੇ ਉਸ 1 ਸਾਲ ਦੇ ਪੀਰੀਅਡ ਨੂੰ ਕਹਿੰਦੇ ਨੇ ਕਾਸਮਿਕ ਕੈਲੰਡਰ, ਕਿ ਕਾਸਮੋਸ ਦੇ ਵਿਚਕਾਰ ਉਹ ਕੀ ਕੁਝ ਹੋ ਰਿਹਾ ਸੀ ਇਸ 1 ਸਾਲ ਦੇ ਅੰਦਰ, ਉਹ ਅਸੀਂ ਹੁਣ ਸਮਝਣ ਦੀ ਕੋਸ਼ਿਸ਼ ਕਰਾਂਗੇ। ਤੇ ਜਦੋਂ ਇਹਨੂੰ ਸਕੇਲ ਡਾਊਨ ਕਰਦੇ ਹਾਂ ਤੇ ਅਸੀਂ ਦੇਖਦੇ ਹਾਂ ਕਿ ਇਹ ਸਕੇਲ ਕਿੰਨਾ ਵੱਡਾ ਸਕੇਲ ਹੈ, ਕਿ ਜੋ 1 ਈਅਰ ਹੈ ਉਹ 1380 ਕਰੋੜ ਸਾਲ ਦਾ ਹੈ। ਜੋ 1 ਮੰਥ ਸਾਡਾ ਬਣ ਕੇ ਆਏਗਾ ਉਹ ਹੋਏਗਾ ਕਰੀਬ 115 ਕਰੋੜ ਸਾਲ ਦਾ। ਮਤਲਬ 1 ਮੰਥ ਰਿਪਰੈਜ਼ੈਂਟ ਕਰੇਗਾ 115 ਕਰੋੜ ਸਾਲਾਂ ਨੂੰ। ਜੋ ਇੱਕ ਦਿਨ ਹੈ ਉਹ 380 ਲੱਖ ਸਾਲਾਂ ਨੂੰ ਰਿਪਰੈਜ਼ੈਂਟ ਕਰੇਗਾ। ਇੱਥੇ ਜੋ ਅੱਜ ਦੀ ਡੇਟ ਦਾ 1 ਘੰਟਾ, ਜਿਹਨੂੰ ਕਿ ਸਾਡਾ ਪ੍ਰੋਗਰਾਮ ਕਰੀਬ 1 ਘੰਟਾ ਚੱਲਣਾ ਹੈ, ਉਹ ਇਤਨਾ ਲੰਬਾ ਡਿਊਰੇਸ਼ਨ 380 ਲੱਖ ਸਾਲ ਪਿੱਛੇ ਨੂੰ ਰਿਪਰੈਜ਼ੈਂਟ ਕਰੇਗਾ ਕਿ ਅਗਰ 1 ਘੰਟੇ 'ਚ ਅਸੀਂ ਕੀ ਇਸ ਕੈਲੰਡਰ ਤੇ ਕੁਝ ਹੋਇਆ 380 ਲੱਖ ਸਾਲ। और इसी तरह 1 मिनट 26,600 साल और कला सैकेंड 444 साल के बराबर है। तो मैं अगर ये कहां कि ये गल पिछले सैकेंड च हुई है तो मतलब ये 444 साल पहले हुई सी, अगर असी उस कैलेंडर को समझना है। जिथे तक बाणी का सवाल है, बाणी ने 1380 नूं कोई सैंक्टिटी नहीं दी। बाणी च लिखा है, थित वार नो जोगी जाने रुत माह न कोई, जा करता सेठी को साजे आपे जाने सोई।
कि सानू नहीं पता उत्थित वार की सी की नहीं सी, बट सृष्टि क्रिएट हुई वो सिर्फ परमात्मा ही जानता है। और अगर असी इसनू बहुत ध्यान नाल देखिए कि अगर 1380 करोड़ साल ਦੇ ਵਿੱਚ 1% ਦੀ ਵੀ ਸਾਇੰਸ एरर होए तो करीब करीब 14 करोड़ साल की एरर है। मतलब कि अगर साइंस कहेगी साडी कैलकुलेशन 1% एरर आ गई तो 14 करोड़ साल अगे पिछे हो जाएगा। सो दिस पीरियड इज सो लॉन्ग दैट उसनू रियली समझ पाना बहुत मुश्किल है। और थितवार दी ते गल ही भूल जाओ कि केड़ा टाइम रहा होएगा, की होया होएगा अगर असी बैकवर्ड कैलकुलेट करिए, क्योंकि उस वेले अर्थ नहीं सी और टाइम का कॉन्सैप्ट असी अर्थ नाल रिलेट करके चलते हैं तो एक्यूरेटली कभी नहीं आ सकता। पर असी हुण जो कैलेंडर डिस्कस करन जा रहे हैं वो स्केलिंग डाउन दे जो नंबर्स हैं हुए हैं। अगर एक साल निकलिया है इसका मतलब 115 सॉरी एक महीना निकलिया तो 115 करोड़ साल निकल गए हैं। सो लेट अस डिस्कस दिस कैलेंडर नाउ। इसनू असी 12 महीने च डिवाइड किया 1380 करोड़ सालों नू। ते जो बिग बैंग होया वो 1 जनवरी रात 12 बजे हुंदा है। 1 जनवरी रात 12 बजे बिग बैंग होने तो बाद गैलेक्सीज बननियां शुरू होंदियां। खंड ब्रह्मंड पाताल आरंभ है गुप्तों प्रगट आइंदा। गुरु साहब कहते हैं जदों उस तो बाद खंड ब्रह्मंड और पाताल बनने शुरू हुए वो गुप्त रूप तो प्रगट रूप सामने आया और वो खंड और ब्रह्मंड का आरंभ सी। खंड ब्रह्मंड पाताल आरंभ है उसको बिगनिंग सी और वो अज दिन तक बनते ही चले जा रहे हैं। और पहले 9 महीने प्रैक्टिकली अप टू सितंबर गैलेक्सीज बनदियां चलियां गईयां। गैलेक्सीज दे विच मिलियंस ऑफ स्टार्स हैं। जो साडी गैलेक्सी है वो बनी है मई मंथ दे विच, उन्होंने कहंदे ने द मिल्की वे। इस मिल्की वे दे विचकार 2600 करोड़ स्टार्स हैं। उन्हां विच एक स्टार है जिन्हों असी सन कहंदे आ, सूरज रोज दा, जिन्हों असी जिहदे ते बहुत ज्यादा डिपेंडेंस है। यो जे साडे मिल्की वे दे अंदर ही 2600 करोड़ स्टार्स हैं और करीब करीब अजे तक 20 लाख गैलेक्सीज बन चुकी हैं। ते जो परमात्मा दा पसारा है उन्होंने कोई समझ पाना, उन्होंने सोच पाना, उन्होंने कॉम्प्रीहेंड कर पाना, उन्होंने उहदे बारे कुछ कह पाना इतना डिफिकल्ट है। जदों असीं जपजी साहब पढ़ते हैं तो जगह जगह ते गुरु नानक साहब उन्होंने बेअंत कहने तो बाद फिर छड़ देंदे ने। कहते ये तो परमात्मा बेअंत ही, ना इसका कोई लेख है ना कोई लिख सकिया ना कोई लिख पाएगा। पीरियड। ये कभी होएगा ही नहीं, ऐसा कोई वक्त ही नहीं आएगा। और रियलिटी भी है क्योंकि साइंस कहती है कि जो साडी अपनी गैलेक्सी है द मिल्की वे, तो जो उधर है वो करीब 1 लाख लाइट ईयर है। और जो साइंस के स्टूडेंट नहीं है वो इस चीज नाल अंदाजा लगान कि साडी अपनी मिल्की वे गैलेक्सी दे एक कॉर्नर तो दूसरे कॉर्नर तक लाइट की स्पीड नाल जाण विच, लाइट की स्पीड मतलब 3 लाख किलोमीटर एक सैकेंड विच अगर असी ट्रैवल करिए तो करीब 1 लाख साल लगणगे। असी अपनी गैलेक्सी का ही पार नहीं पा रहे। उहदे विचकार साडे कोल 20 लाख गैलेक्सीज हैं। तो जो यूनीवर्स है जो सानू दिखाई दे रहा है उन्होंने ऑब्जर्वेबल यूनीवर्स कहते हैं। और अपने यूनीवर्स तक असी कभी पूरा पहुंच पाएंगे, साइंस ने ऑलरेडी डिक्लेयर करता है ऐसा कभी कोई टाइम नहीं आएगा क्योंकि डिस्टेंस इतने ज्यादा ने कि ये पॉसीबल ही नहीं मनुख दे लिए। ईवन अर्थ की लाइफ तो भी ज्यादा तो डिस्टेंस है। सो ये जिहड़े पहले 9 महीने गैलेक्सीज बनदियां चलियां गईयां और जो 9th मंथ सितंबर है ये विचकार पूरा सोलर सिस्टम निकल के बाहर आया। सन दे जिहड़े उन्होंने जो कहते ओरिजिन है सितंबर मंथ दे विच है। ते सानू ये देखना इत्थे हर महीना 115 करोड़ सालों नू रिप्रेजेंट कर रहा। अक्टूबर मंथ दे अंदर अर्थ दे उत्ते फोटोसिंथेसिस शुरू हुई। नवंबर महीने दे विच यूकैरियोटिक सैल बने। यूकैरियोटिक सैल वो है जिहदे विच एक न्यूक्लियस हुंदा है, ऑर्गेनल्स होंगे हैं, प्लाज्मा लेयर होंगी है और ये जिहड़े सैल है ये बिल्डिंग ब्लॉक है। यो जे कई सारे सैल मिलके वक्रे वक्रे जंतु वक्री वक्री वनस्पति बनी है। तो जो पहला सैल बनया है वो नवंबर मंथ दे विच है, क्योंकि अज तो अगर असी कैलकुलेट करिए तो करीब करीब 160 करोड़ साल पहले या 230 करोड़ साल वैसे मनिया जाता है, उतनी 230 करोड़ साल पहले यूकैरियोट सैल बनया सी। और दिसंबर मंथ दे विचकार फिर बाकी दी जो सृष्टि जो अर्थ दे उत्ते हैं
जीव जंतु आने शुरू होए ਤੇ ਸਾਨੂੰ ਦਸੰਬਰ ਮੰਥ ਨੂੰ ਥੋੜਾ ਖੋਲ ਕੇ ਸਮਝਣਾ ਪਏਗਾ ਦਸੰਬਰ ਮੰਥ ਦੇ ਵਿੱਚ ਕੀ ਹੋ ਰਿਹਾ। ਐਮਫੀਬੀਅਨਸ ਹੈ ਉਹ ਅਰਥ ਤੇ ਆਏ ਹੈ, ਕਹਿੰਦੇ ਆ ਜਿਹੜੇ ਪਾਣੀ ਵਿੱਚ ਵੀ ਰਹਿ ਸਕਦੇ ਆ ਔਰ ਧਰਤੀ ਤੇ ਵੀ ਰਹਿ ਸਕਦੇ ਆ, ਜਿਵੇਂ ਕਿ ਮੇਂਢਕ। ਤੇ ਇਸ ਤਰ੍ਹਾਂ ਦੇ ਜੰਤੂ 22 ਦਸੰਬਰ ਨੂੰ ਅਰਥ ਤੇ ਆ ਰਹੇ ਆ। 23 ਦਸੰਬਰ ਨੂੰ ਰੈਪਟਾਈਲਸ ਆਏ ਆ, ਰੈਪਟਾਈਲ ਜਿਹੜੇ ਰੈਂਕ ਕੇ ਚੱਲਦੇ ਆ, ਜਿਸ ਦੇ ਵਿੱਚ ਕਿ ਛਿਪਕਲੀ ਹੈ, ਆਪਣਾ ਸਾਡੇ ਬਹੁਤ ਵੱਡੇ ਵੱਡੇ ਰੈਪਟਾਈਲਸ ਵੀ ਹੈ, ਜਿਵੇਂ ਕਿ ਕ੍ਰੋਕੋਡਾਈਲ ਹੋ ਗਿਆ। ਇਹ ਰੈਪਟਾਈਲਸ ਜਿਹੜੇ ਨੇ ਉਹ 23 ਤਰੀਕ ਨੂੰ ਆ ਰਹੇ ਆ। 25 ਤਰੀਕ ਨੂੰ ਵੱਡੇ ਸਾਈਜ਼ ਦੇ ਮੈਮਲਸ ਆਏ ਆ, ਜਿਹਦੇ ਵਿੱਚ ਕਿ ਜੋ ਸਾਡੇ ਡਾਇਨਾਸੌਰਸ ਹੈ ਉਹ ਵੀ ਇਨਕਲੂਡਡ ਹੈ। 26 ਤਰੀਕ ਨੂੰ ਬਾਕੀ ਦੇ ਮੈਮਲਸ ਵੀ ਆਣੇ ਸ਼ੁਰੂ ਹੋ ਗਏ। ਸੋ ਮੈਮਲਸ ਦੀ ਕਾਫੀ ਪਰਮਾਰ ਹੋ ਗਈ, ਬਹੁਤ ਸਾਰੇ ਮੈਮਲਸ। ਮੈਂ ਬਹੁਤ ਡਿਟੇਲ 'ਚ ਨਹੀਂ ਜਾਵਾਂਗਾ ਕਿਉਂਕਿ ਹਰ ਇੱਕ ਦੇ ਇੰਟਰਸਟ ਦਾ ਸਬਜੈਕਟ ਨਹੀਂ ਹੋ ਸਕਦਾ। 27 ਤਰੀਕ ਨੂੰ ਸਾਡੇ ਕੋਲ ਜੋ ਇਨਫੋਰਮੇਸ਼ਨ ਹੈ ਉਹਦੇ ਹਿਸਾਬ ਨਾਲ 27 ਦਸੰਬਰ ਨੂੰ ਪੰਛੀ ਜਿਹੜੇ ਪੰਛੀ ਐਵਸ ਕਹਿੰਦੇ ਆ ਸ਼ੁਰੂ ਹੋਏ ਆ, ਔਰ 28 ਤਰੀਕ ਨੂੰ ਇਹ ਧਰਤੀ ਪੂਰੀ ਤਰ੍ਹਾਂ ਨਾਲ ਬਨਸਪਤੀ ਨਾਲ ਭਰ ਚੁੱਕੀ ਹੈ। ਮਤਲਬ ਕਿ ਅਗਰ 1 ਸਾਲ ਦਾ ਪੀਰੀਅਡ ਲਈਏ ਤੇ ਉਹਦੇ ਵਿਚਕਾਰ ਸਿਰਫ 3 ਦਿਨ ਪਹਿਲੇ ਇਹ ਧਰਤੀ ਜਿਹੜੀ ਹੈ ਹਰੀ ਭਰੀ ਹੋਈ ਹੈ ਔਰ ਪੂਰੀ ਦੀ ਪੂਰੀ ਵੈਜੀਟੇਸ਼ਨ ਦੀ ਗਰੋਥ। ਇਸ ਤੋਂ ਬਾਅਦ ਜੋ 31 ਤਰੀਕ ਹੈ ਬਹੁਤ ਇੰਪੋਰਟੈਂਟ ਹੈ, ਜੋ ਲਾਸਟ ਡੇ ਆਫ ਦਾ ਈਅਰ ਹੈ। ਤੇ ਅਸੀਂ ਇਹ ਦੇਖਦੇ ਹੁਣ 31 ਤਰੀਕ ਨੂੰ ਐਕਸਪੈਂਡ ਕਰਕੇ ਕਿ 31 ਨੂੰ ਕੀ ਹੋ ਰਿਹਾ। 31 ਤਰੀਕ ਦੀ ਸ਼ਾਮ ਨੂੰ 6 ਵਜੇ ਮੰਕੀਜ਼ ਆਉਂਦੇ ਆ ਅਰਥ ਤੇ, ਔਰ ਉਸ ਹਿਸਾਬ ਨਾਲ ਮੰਕੀਜ਼ ਨੂੰ ਆਇਆ ਅਜੇ ਸਿਰਫ 6 ਘੰਟੇ ਹੋਏ ਆ। ਸਾਡਾ 1 ਘੰਟਾ ਕਿਤਨੇ ਪੀਰੀਅਡ ਨੂੰ ਰਿਪਰੈਜ਼ੈਂਟ ਕਰਦਾ ਅਸੀਂ ਪਹਿਲੇ ਡਿਸਕਸ ਕਰ ਚੁੱਕੇ ਹਾਂ। 11:52 ਤੇ ਰਾਤ ਨੂੰ ਮਨੁੱਖ ਅਪੀਅਰ ਹੋ ਰਿਹਾ। ਦੈਟ ਮੀਨਸ ਮਨੁੱਖ ਨੂੰ ਅਜੇ ਧਰਤੀ ਤੇ ਆਇਆ ਸਿਰਫ 8 ਮਿੰਟ ਹੋਏ ਆ। ਜਦ ਦੀ ਸ੍ਰਿਸ਼ਟੀ ਬਣੀ ਹੈ ਉਸ ਤੋਂ ਲੈ ਕੇ ਅੱਜ ਤੱਕ ਦੇ ਪੀਰੀਅਡ ਨੂੰ ਅਗਰ ਅਸੀਂ 1 ਸਾਲ ਮੰਨ ਲਈਏ ਤੇ ਮਨੁੱਖ ਨੂੰ ਧਰਤੀ ਤੇ ਆਇਆ ਅਜੇ ਸਿਰਫ 8 ਮਿੰਟ ਹੀ ਹੋਏ ਆ। 1 ਮਿੰਟ ਪਹਿਲੇ ਮਨੁੱਖ ਨੇ ਸਾਰੀ ਧਰਤੀ ਦੇ ਉੱਤੇ ਆਪਣਾ ਇੱਕ ਤਰ੍ਹਾਂ ਕੰਟਰੋਲ ਲੈ ਲਿਆ, ਪੂਰੀ ਧਰਤੀ ਤੇ ਛਾ ਗਏ ਹੈ, ਰਾਜੇ ਮਹਾਰਾਜੇ ਸਭ ਕੁਝ ਹੈ, ਪੂਰੀ ਅਰਥ ਦੇ ਉੱਤੇ ਇੱਕ ਤਰ੍ਹਾਂ ਦਾ ਕੰਟਰੋਲ ਆ ਚੁੱਕਾ ਹੈ। ਔਰ ਇਹ ਜੋ ਡੇਟਾ ਸਾਨੂੰ ਮਿਲਿਆ ਹੈ ਉਹ ਮਿਲਿਆ ਹੈ ਡਰੈਗਨਸ ਆਫ ਈਡਨ, ਜੋ ਕਿ ਕਾਰਲ ਸਾਗਨ ਦਾ ਉਪਰਾਲਾ ਸੀ, ਔਰ ਕਈ ਸਾਰੇ ਐਸਟਰੋਫਿਜ਼ਿਸਟ ਸੀ, ਉਹਨਾਂ ਨੇ ਮਿਲ ਕੇ ਇਹ ਸਾਰਾ ਕੈਲੰਡਰ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਲਾਸਟ ਦੇ ਫਿਊ ਸੈਕਿੰਡਸ ਦੇ ਵਿੱਚ ਵੀ ਕੀ ਹੋ ਰਿਹਾ ਹੈ ਕਿ ਅਜੇ 1 ਮਿੰਟ ਹੋਇਆ ਇਨਸਾਨ ਨੇ ਪੂਰੀ ਧਰਤੀ ਨੂੰ ਐਕਸਪਲੋਰ ਕਰ ਲਿਆ ਹੈ, ਔਰ ਫਰਦਰ ਕੀ ਹੋ ਰਿਹਾ ਹੈ। 11 ਵਜੇ ਰਾਤ ਨੂੰ 59 ਮਿੰਟ 48 ਸੈਕਿੰਡ ਤੇ ਦੈਟ ਮੀਨਸ 12 ਸੈਕਿੰਡ ਪਹਿਲੇ ਵੇਦਾ ਲਿਖੇ ਗਏ हैं। करीब 6 ਸੈਕਿੰਡ ਪਹਿਲੇ ਬੁੱਧਾ ਦਾ ਆਗਮਨ ਹੋ ਰਿਹਾ। 5.6 ਸੈਕਿੰਡ ਪਹਿਲੇ ਕਨਫਿਊਸ਼ੀਅਸ। ਇੱਥੇ ਹਰ ਇੱਕ ਸੈਕਿੰਡ 444 ਸਾਲ ਦਾ ਹੈ, ਯਾਦ ਰਵੇ। 444 ਇਅਰਸ ਦਾ ਪੀਰੀਅਡ ਹੈ ਇੱਕ ਸੈਕਿੰਡ। ਜੀਸਸ ਕ੍ਰਾਈਸਟ ਨੂੰ ਅਰਥ ਤੇ ਆਇਆ 4.5 ਸੈਕਿੰਡ ਹੋਏ ਆ। ਮੁਹੰਮਦ ਸਾਹਿਬ ਨੂੰ 3.3 ਸੈਕਿੰਡ ਹੋਏ ਆ, ਔਰ ਗੁਰੂ ਨਾਨਕ ਸਾਹਿਬ ਨੂੰ ਸਿਰਫ 1.2 ਸੈਕਿੰਡ ਇਸ ਅਰਥ ਤੇ ਆਇਆ ਹੋਏ ਆ ਉਸ ਕਾਸਮਿਕ ਕੈਲੰਡਰ ਦੇ ਹਿਸਾਬ ਨਾਲ, which is more than about 550 years। ਹੁਣ ਪਿਛਲੇ 1/4 ਸੈਕਿੰਡ ਦੇ ਵਿੱਚ ਕੀ ਹੋਇਆ, ਜੋ ਕਿ ਕਰੀਬ 110 ਸਾਲ 115 ਸਾਲ ਦਾ ਪੀਰੀਅਡ ਹੈ। ਇਹਦੇ ਵਿੱਚ 2 ਵਰਲਡ ਵਾਰ ਹੋ ਚੁੱਕੀਆਂ। ਜ਼ਿਆਦਾਤਰ ਕੰਟਰੀਜ਼ ਲਿਬਰੇਟਿਡ ਹੈ, ਉਹਨਾਂ ਦੀਆਂ ਆਪਣੀਆਂ ਬਾਉਂਡਰੀਜ਼ ਹੈ। ਹੁਣ ਉਹ ਰਾਜੇ ਮਹਾਰਾਜਿਆਂ ਦੀਆਂ ਲੜਾਈਆਂ ਨਹੀਂ, ਬਟ ਕੰਟਰੀਜ਼ ਦੀਆਂ ਲੜਾਈਆਂ ਅਜੇ ਵੀ ਜਾਰੀ ਹਨ। ਔਰ millions and millions of books have been written in last 1/4 second। ਕੰਪਿਊਟਰ ਏਜ ਆਈ ਹੈ, ਇੰਟਰਨੈਟ ਹੈ ਜੀ, ਇਹ ਏਜ ਆਈ ਹੈ, ਔਰ ਅਸੀਂ ਅੱਜ ਜ਼ੂਮ ਮੀਟਿੰਗ ਵੀ ਕਰ ਰਹੇ ਹਾਂ। ਇਹ ਸਭ ਫ੍ਰੈਕਸ਼ਨ ਆਫ ਸੈਕਿੰਡ ਤੋਂ ਵੀ ਘੱਟ ਹੈ ਜਦੋਂ ਕਿ ਸ੍ਰਿਸ਼ਟੀ ਦਾ ਕ੍ਰੀਏਸ਼ਨ ਸ਼ੁਰੂਆਤ ਹੋਈ ਹੈ। ਇਹਦੇ ਨਾਲ ਸਾਨੂੰ ਇੱਕ ਇਹ ਫੀਲ ਮਿਲਦਾ ਹੈ ਕਿ ਇਨਸਾਨ ਜਦੋਂ 8 ਮਿੰਟ ਪਹਿਲੇ ਆਇਆ, ਇਸ 8 ਮਿੰਟ ਦੇ ਅੰਦਰ ਇਸ ਅਰਥ ਦਾ ਕਿਤਨਾ ਵੱਡਾ ਤਹਿਸ ਨਹਿਸ ਹੋਇਆ ਹੈ, ਕਿੰਨੀ ਬਰਬਾਦੀ ਹੋਈ ਹੈ, ਕਿੰਨੇ ਝਗੜੇ ਹੋਏ ਹੈ, ਕਿੰਨੀ ਮਾਰ ਲੁੱਟ ਮੱਚੀ ਹੈ ਦੁਨੀਆ 'ਚ, ਔਰ ਕਿਤਨੀ ਤਰ੍ਹਾਂ ਦੀਆਂ ਪ੍ਰੋਬਲਮਸ ਹੈ। ਉਹ ਇਹ ਧਰਤੀ ਆਪਣੇ ਆਪ ਇਵੋਲਵ ਹੋ ਰਹੀ ਸੀ ਆਹਿਸਤਾ ਆਹਿਸਤਾ ਆਹਿਸਤਾ, ਬੜਾ ਸੋਹਣਾ ਸਿਸਟਮ ਚੱਲ ਰਿਹਾ ਸੀ। ਪਰ ਚਲਦੇ ਚਲਦੇ ਲਾਸਟ 8 ਮਿੰਟ ਜਦੋਂ ਮਨੁੱਖ ਆਇਆ, ਮਨੁੱਖ ਨੇ ਇੱਥੇ ਕਾਫੀ ਕੁਝ ਤਬਾਹੀ ਮਚਾਈ ਹੈ। ਉਹਦੇ ਨਾਲ ਹੀ ਸਾਡੇ ਕੋਲ ਕੁਝ ਐਸੇ ਸ਼ਖਸੀਅਤਾਂ ਵੀ ਆਈਆਂ ਜਿਨ੍ਹਾਂ ਨੇ ਮਨੁੱਖ ਨੂੰ ਠੀਕ ਰਾਹ ਤੇ ਪਾਉਣ ਦੀ ਕੋਸ਼ਿਸ਼ ਕੀਤੀ ਹੈ, ਕਿਉਂਕਿ ਮਨੁੱਖ ਬਹੁਤ ਹੀ ਡੇਂਜਰਸ ਹੁੰਦਾ ਚਲਾ ਜਾ ਰਿਹਾ ਸੀ। ਔਰ ਅਸੀਂ ਅੱਜ ਵੀ ਦੇਖ ਰਹੇ ਹਾਂ, ਜਦੋਂ ਕੋਰੋਨਾ ਦੀਆਂ ਗੱਲਾਂ
डेंजरस जी चीज़ ते ह्यूमैनिटी के अगेंस्ट बहुत हो रहा दुनिया च। खैर असीं उस डिटेल ना जाइए, पर इस कैलेंडर नाल समझण नाल सन ये पता लग जाता है कि जो मनुख है वो अजे उन्होंने बहुत समा नहीं होया। अगर 1380 करोड़ साल पहले धरती सॉरी ये सृष्टि बनी सी ते मनुख नूं अजे आए उस एक साल नूं असीं देखीए ते मनुख नूं सिर्फ 8 मिनट होए हैं और पिछले 1 मिनट का इतिहास कोई बहुत ग्लोरीअस इतिहास नहीं है जिहदे विचकार की बहुत कुछ मारकाट हुई इस दुनिया च हुई है। असीं कहते हैं जिन्हों असीं कहते हैं इवोल्यूशन, और इहदे बारे विच बाणी विच जिक्र है कि जो शब्द इहदे बारे आ रहा है कई डिफरेंट ओपीनियंस भी हैं, बट मैं अपने व्यूज डेफिनेटली एक्सप्रेस करांगा। एक ते लाइफ सपोर्ट सिस्टम की है। गुरु साहब फरमाते हैं सच ते पन्ना भया पवने ते जावे जलते त्रिभुवन साजिया घट घट जोत समोए। जदों अर्थ ते इवोल्यूशन शुरू अजे फोटोसिंथेसिस नहीं सी होया, अजे यूरोकाराइट सैल भी नहीं बने सी। साचे ते पवना बया मतलब परमात्मा ने जो अपने आप नूं पहली बार प्रगट किया वो गैसीयस फॉर्म दे विच सी। उस तो फिर जो बनिया वो लिक्विड बनिया जिहदे विच एक बहुत इंपॉर्टेंट लिक्विड है जल, जिहदे बिना जीवन पॉसिबल नहीं। कोई भी जो क्रिएशन दे विकार लाइफ पॉसिबल ही तां है अगर पानी। दैट मीनस जदों परमात्मा ने अपने आप नूं गैसीयस फॉर्म तो स्लोली कूल करके लिक्विड फॉर्म में चीज़ां बननियां शुरू हुई, उहदे जो बहुत ही इंपॉर्टेंट लिक्विड है सब घट घट जोत समोए। सी जल तो त्रिभुवन तीनों भवन विच, जमीन दे अंदर, जमीन दे उपर और जमीन दे हवा विच भी, मतलब तीनों जगह ते तीनों भवन विच उन्हें सजा दिते, उन्हें जीव जंतु सजाने शुरू कर दिते। वो तीनों भवन जिहड़े ने जमीन दे अंदर, जमीन दे उपर और जमीन तो भी उपर मतलब कि हवा विच भी साडे कोल जीव जंतु हन और घट घट उन्हां विच सब परमात्मा दी जोत ही समाई हुई है। ये गुरु साहब का जो फरमान है ये सानू पिछे लैके जांदा है जदों इवोल्यूशन प्रोसैस शुरू होया होएगा, जदों की प्रोसैस उस तो पहले कुछ सी ही नहीं। गुरु साहब वेले दी गल कर रहे हैं कि तीनों भवन सजने शुरू, और बड़ा क्लीयर व्याख्यान है। कोई उन्होंने 2 लाइनों में इन्नी वड्डी गल कह दी है कि गैस तो लिक्विड बने, लिक्विड विच जो मेन है पानी है, पानी तो हर तरह के तीनों जगह ते जीव आए और उस तो बाद जो है उन्हां विच परमात्मा आप भी मौजूद है। हुण अगर असीं साइंस का व्यू देखिए तो साइंस एग्जैक्टली यही कहती है कि जिहड़ियां ल्यूमिनस बॉडी है वो अजे भी गैसीयस फॉर्म च है, जिहड़े स्टार्स हैं वो अजे भी गैस या आयनिक फॉर्म विच जो कि गैस नाल मिलते जुलते हैं, और वो गैसेस दी फॉर्म दे विचकार उस तो बाद जो फर्दर अर्थ ते जिस गुरु साहब ने समझाया साइंस एग्जैक्टली कहती है यही होया है। और साइंस का जो है वो जो साइंस चेज कर रही है, साइंस पाने की कोशिश कर रही है पार की कुछ होया है, जदों कि गुरु साहब ने बड़े स्पष्ट व्याख्यान नाल पहले ही कहता सी। हुण इस तो बाद असीं अगे चलते हैं कि बिगनिंग ऑफ लाइफ इन वाटर। इन्हां 3 भवनां विच जबकि जमीन दे अंदर जो कि पानी भी है, जमीन दे उपर और हवा विच ये हालांकि जो शब्द दियां तुक है वो सूतक दे जो आशा दी सब कहते हैं पहला पानी जियो है जित हरिया सब कोई, कि जिन्हों तुसी सूतक कहते हो कि अपवित्र हो गया। कहते जी ते पानी दे विच ही जम्मिया सी और उसी पानी ने सारियां नूं हरा कीता। इहदा मतलब सारी सृष्टि सूतक हो गई, सारी सृष्टि भ्रष्ट हो गई। की हो गया वो ते गुरु साहब वैसे एक रेफरेंस के तौर पर कह रहे हैं कि पहला जी ते पानी च आया सी, जे हो गया चीज अपवित्रता तो नहीं बची रह सकती। पर इत्थे गुरु साहब नाल दे नाल दस रहे कि पहला जो जीव आया है वो पानी दे विच ही आया है। सो लाइफ फर्स्ट अपीयर्ड इन वाटर एंड देन रेस्ट एवरीथिंग डेवल्ड ऑन इट। उस तो बाद फर्दर ड्वेलिंग स्टार्ट हुई है और इहदे कोई डाउट नहीं है, मैं एक्सप्लेन भी नहीं करांगा। पूरी तरह नाल साइंस इस चीज नूं एग्री करती है कि लाइफ जो है पानी दे अंदर ही पहला हुई है और उस तो बाद बाकी पानी दे ऊपर या हवा विच लाइफ आई है, और पानी दे विच जीव आने तो बाद जो इवोल्यूशन का प्रोसेस शुरू है
वो फिर मैं बहुत डिटेल च जान की शायद जरूरत नहीं है। हुण असीं अगे चलते हाँ जिथे गुरु साहिबान ने फरमाया है, कई जन्म भय कीट पतंगा, कई जन्म गज मीन कुरंगा, कई जन्म पंखी सरप होयो, कई जन्म है वर बृख जोयो, मिल जगदीश मिलन की बरिया, चिरंकाल ए दे संजरिया। एक बहुत ही पावरफुल शब्द दियां लाइनां ने और सानू इसते कई सारे डिफरेंट विचार मिल जाएंगे, बहुत सारिया डिस्कशनस मिल जाएंगियां, पर असी जदों साइंस के एंगल नाल ये गुरु साहब की कह रहे हैं और इनू असी दूसरी पौड़ी विच जिथे गुरु ने कहा है, होवन आकार हुक्म न कया जाए, परमात्मा दे हुक्म दे विच ही सृष्टि बनी है और सृष्टि क्यों बनी भी नहीं आकार वर्ड सृष्टि लिए बाणी विच बहुत जगह आया है। हुक्म न कया जाए, वो कोई भी नहीं दस सकता कि परमात्मा दे मन विच की सी जदों उन्हें सृष्टि बनाई। और उस तो बाद जो हुक्म नहीं कहे जा सकते, कई सारे हुक्म ने जिहड़े कहे भी जा सकते हैं, पर टिपिकली जिहड़े हुक्म नहीं कहे जा सकते वो दूसरी पौड़ी दे विच आ जाते हैं। मैं हुणे दोबारा कनैक्ट करांगा इस शब्द नाल, जिथे वो कहंदे ने हुक्मी होवन आकार हुक्म न कया जाए, हुक्मी होवन जी हुक्म मिले वड्याई। जीव जंतु होए हन और उन्हां चों किसी नूं मनुखता पहुंचण दी वड्याई भी मिली है। एक साइंस दे एंगल नाल मैं इहनूं इस तरह देखण दी कोशिश करांगा। उस इवोल्यूशन प्रोसेस विच हुक्मी होवन जी हुक्म मिले वड्याई, किथे उस वड्याई तक भी पहुंचे हन। फर्दर हुक्मी उत्तम नीच, उन्हां दे विचों भी कई परमात्मा दे नाल कनैक्टेड ने जिहड़े उत्तम ने, नीच जिहड़े परमात्मा तो टुटे हुए हैं। हुक्मी उत्तम नीच, हुक्म लिख दुख सुख पाई है, जिहड़े जुड़े ने और टुटे ने उहदे हिसाब नाल वो दुख और सुख भी पा रहे हैं। नहीं कह सकते, उसी पूरी चीज नूं नहीं समझ सकते, किहड़े मनुख फॉर्म च आणगे, किहड़े कदों आणगे, किस फॉर्म च आणगे, कितना को दुख लैके आणगे, कितना को सुख लैके आणगे, सब गल्लां नहीं कहियां जा सकदियां। बट उस रियलिटी नूं हुक्म बड़े स्पष्ट तरीके नाल दस्सिया। ये सारियां चीज़ां दे बारे डिस्कस करन दा कोई फायदा नहीं होएगा, क्योंकि उहदे हुक्म नूं किया ही नहीं जा सकता। उहदे काफ़ी सारे हुक्म ने जिन्हां नूं किया भी जा सकदा, जिसी कहंदे आ कि उहदे हुक्म विच आ जाओ। इहदा मतलब असीं उहदे हुक्म नूं समझीए। ते एक अपने आप विच हुक्म हो गया कि इस हुक्म नूं समझण दी कोशिश भी नहीं करनी। ये अपने आप च एक हुक्म हो गया कि उन्हें कर दिता है, बस मन लवो, एक्सैप्ट कर लो, चल पो। सो वो जिथे हुक्मी होवन जी की गल आती है, तो इतने अगर असी कनैक्ट करके देखिए तो असी ये नहीं कह रहे कि मेरा जन्म सी जिथे मैं कीट पतंगा सी, क्योंकि असी जानते ही नहीं, असी उस चीज़ नूं समझते ही नहीं, असी उस चीज़ पै ही नहीं सकते। इत्थे जो गुरु साहबान मेरे हिसाब नाल कह रहे हैं वो इवोल्यूशन के बारे ही कह रहे हैं। कई जन्म भय कीट पतंगा, कई जन्म गज मीन कुरंगा, कई जन्म पंखी सरप होए, बहुत कुछ होया। वो असी देखिया भी कैलेंडर में। वो फाइनली कहते मिल जगदीश मिलन की बरिया, छोड़ो उन्होंने, हुण ते तुसी मनुख हो, हुण ते तुसी इंसान हो। चिरंकाल ए दे संजरिया, चिरंकाल ए बहुत प्यारा वर्ड है, बड़ा लंबा अरसा लग्या चल के मनुख बनन तक, इस देह नूं संवारन लई, इस देह नूं इस स्टेज तक पहुंचण लई कि ये मनुख कहलाए, एक बड़ा लंबा अरसा लग्या। जो असी पिछली स्लाइड से देख के आए हैं कि असी सिर्फ 8 मिनट होए आए हैं। इतना वड्डा एफर्ट, इन्ना वड्डा इवोल्यूशन दा प्रोसेस, इन्ने सारे जी जंतुओं दे थ्रू पास होंदे होंदे मनुख बनिया। वो कहते ने चिरंकाल दे संजरिया, इस देह नूं सवारन लई बड़ा ही लंबा पीरियड सी, चिरंकाल सी। और यही है तेरे जगदीश नूं मिलन दी, इस गल नूं तू पल्ले बन लै, इस गल नूं तू पकड़ लै। और ये बड़ी स्पष्ट जिहियां गल्लां ने, इहदे च कोई अगे पिछे नहीं है। मैं किते सोचा मैं किते कीड़ा सी या पतंगा सी या की सी, मैनूं उहदे नाल कुछ नहीं लेना देना। ये प्रोसेस सी, मैं हो सकदा होवां, मैं हो सकदा ना भी होवां, हो सकदा मैं कदी मछली रहा होवां, हो सकदा ना भी रहा होवांगा। ये कॉन्टेस्ट वाली गल नहीं है, ये इवोल्यूशन दा प्रोसेस है। मैनूं रब ने जिन्हां जिन्हां जोनियां च रखना होया रखिया होएगा। तो मैं हर जन्म च पतंगा या कीट बनया मैनू नहीं पता, क्योंकि हुक्म की पौड़ी विच उन्होंने क्लीयर कर दिता है, हुक्मी होवन जी
हुक्म मिले वड्याई हुक्मी होना जी बंधन, ये थोड़ी कि हर एक जी होएगा उहदे हुक्म च जिन्होंने होना सी होए होणगे। सो असी उस डिबेट च नहीं जाना, असी सिर्फ ये समझना कि ये प्रोसेस ऑफ इवोल्यूशन वाज वेरी वेरी लेंथी एंड फाइनली चिरन काल ए देह संजरिया, इस देह नूं सजण लई बहुत ही लंबा अरसा लग्या। चिरन काल ਤਾਂ जाके देह सजी, ਤਾਂ जाके ह्यूमन बींग्स बने। एंड फॉर्चुनेटली टुडे वी आर ह्यूमन बींग्स एंड दैट इज व्हाट वी आर डिस्कसिंग एंड टॉकिंग अबाउट। चलो ਅਸੀਂ ਅੱਗੇ ਚੱਲਦੇ ਹਾਂ ਤੇ ਦੇਖਦੇ ਹਾਂ। ਇਹਦੇ ਵਿੱਚ ਜੋ ਸਾਇੰਟਿਫਿਕ ਵਿਊ ਹੈ ਉਹ ਬੇਸਿਕਲੀ ਡਾਰਵਿਨ ਨੇ 1859 ਦੇ ਵਿੱਚ ਥਿਉਰੀ ਦਿੱਤੀ ਸੀ, ਥਿਉਰੀ ਆਫ ਇਵੋਲੂਸ਼ਨ, ਔਰ ਉਹਦੇ ਸਮਝਾਇਆ ਸੀ ਕਿ ਕਿਸ ਤਰ੍ਹਾਂ ਆਹਿਸਤਾ ਆਹਿਸਤਾ ਸਟੇजेस ਦੀ ਅਪਰ ਲੈਵਲ ਤੇ ਜਾ ਕੇ ਚੇਂजेस ਆਏ ਔਰ ਚੇਂजेस ਆਂਦੇ ਆਂਦੇ ਅਖੀਰ ਚ ਅਸੀਂ ਮਨੁੱਖ ਬਣੇ। ਅੱਜ ਦੀ ਡੇਟ ਵਿੱਚ ਡੀਐਨਏ ਬੜੇ ਸਟੱਡੀ ਕੀਤੇ ਜਾ ਰਹੇ ਨੇ, बहुत सारे डीएनएस कलैक्ट किए जाते हैं एनिमल्स दे, ह्यूमन बींग्स दे, वो की कॉमनैलिटी है लभ्या जाता है, उहदे की म्यूटेशन हुई होणगियां लभ्या जाता है। साइंस दे लई आने वाले अजे कई सारियां सदियां वास्ते एक सब्जैक्ट है, और ये नहीं कि साइंस सानू बड़ी जल्दी सारा कुछ दस पाएगी। वो खुद मनते हैं कि ये बहुत ही कॉम्पलैक्स इशू है। असी एक चीज सॉल्व करते हैं, दो हथों निकल जाती हैं, होर दो सॉल्व करते हैं, वो चार निकल जाती हैं। सो बेसिकली जो रियलिटी है वो यही है कि यस इवोल्यूशन होया। गुरु साहब भी कहते हैं साइंस ने हुण जाके उन्होंने इस गल नूं किया है, उस इवोल्यूशन तो बाद मनुख धरती ते आया है। और जो ये 8 मिनट का पीरियड है, ये करीब करीब 2 लाख साल का पीरियड है। जिन्होंने असीं 8 मिनट कह रहे हैं सृष्टि के एक साल नूं, वो करीब 2 लाख साल का पीरियड है। अज तो 2 लाख साल पहले जिस फॉर्म दे विच मनुख आया उन्होंने असीं होमो सैपियंस कहते हैं, और इस बारे असीं थोड़ा जिहा अगे भी डिस्कस करांगे। अगे गुरु साहब कहते हैं 184 मेदनी सब सेव करन दा। बड़ी बार असीं ये शब्द पढ़िया, जां तू मेरे वल है तां क्या मुहे छंदा, जा सब तू सब कुछ मैनू सौंपिया जा तेरा बंदा। अगे जाके कहते हैं 184 मेदनी सब सेव करन दा। एडी वड्डी बख्शिश कहते परमात्मा तू 84 दे 84 लाख जीव मेरी सेवा ते लाए हुए। एक कोई छोटी स्टेटमेंट नहीं है, ये पूरे दे पूरे इवोल्यूशन प्रोसेस नू और अर्थ दी सस्टेनेंस नू कॉन्सेप्चुअलाइज करन दी स्टेटमेंट है। हर जीव दा दूसरे दे नाल की रिलेशनशिप है। अज साइंस कहती है 5 जीवन अगर वो धरती तो खत्म हो जान ते अगले 30-40 सालों के अंदर मनुख भी नहीं रहेगा। हुण उन्हां 5 जीवां नू जिंदा रखण लई अगे 250 ऐसे जीव हैं, अगर वो खत्म हो जाए तो 5 खत्म हो जाएंगे। और एक चेन है जिहड़ी चलती जा रही है। देयर आर ट्रीज इन साउथ इन अफ्रीका जिहड़े ऐसियां गैसेस लिबरेट करते हैं जिहड़ियां कि हवा विच उन्हां दी मात्रा बहुत ही थोड़ी है, पर उन्हां दा होना भी जरूरी है। हुण एक ट्री जिहड़ा कि अफ्रीका दे विच एक गैस लिबरेट कर रहा, जिहदा हवा दे विच बहुत ही थोड़ी मात्रा विच होना भी जरूरी है, वो भी मैनू जिंदा रख रहा। और गुरु साहब कहते हैं 184 मेदनी सब सेव करन दा। परमात्मा तू ते मेरे नू 84 लाख जीवां नू मेरी सेवा ते लाता है। हुण की मंगना रह गया, हुण की रह गया कमी साडे कोल, और की चाहिदा सी? 84 लाख जीव सेवा ते लगे हुए हैं। और इसी नू डिपिक्ट किया जाता है। बेसिकली साइंस भी, मैं पूरा पैराग्राफ नहीं पढ़ांगा, साइंस कहती है ऐसे बहुत सारे साइकल्स चल रहे हैं जिन्हां दी बदौलत सारी दी सारी अर्थ जिहड़ी है उहदे विच जीव जंतु सस्टेन कर रहे हैं। उहदे बहुत सारियां फूड चेन है और बहुत सारियां इकोलॉजिकल बैलेंस करन दियां भी चेन्स हैं। और इन्हां विचों किसी एक आइटम नू हटा दो, एक आइटम हटांदे एक चेन टुटती है। एक चेन साइकिल टुटन नाल अगलियां चेन साइकिल टुटनियां शुरू होंदियां। ਉਹਦਾ इतना ਵੱਡਾ इंपैक्ट है कि अगर ਅਸੀਂ ਉਹਨੂੰ ਸਟੱਡੀ ਕਰਨ ਲੱਗ ਜਾਈਏ ਤੇ ਇਹ ਬੜਾ ਹੀ ਮੁਸ਼ਕਲ ਹੋ ਜਾਂਦਾ ਕਿ 6ਵੇਂ ਸਟੈਪ ਤੇ 7ਵੇਂ ਸਟੈਪ ਤੇ ਜਾ ਕੇ ਮੈਨੂੰ ਹੈਲਪ ਕਰ ਰਿਹਾ। ਉਸ ਚੇਨ ਦੀ ਚੇਨ ਦੇ ਨਾਲ ਕਨੈਕਟਡ ਚੇਨ, ਉਹਦੇ ਵਿੱਚ ਇੱਕ ਚੀਜ਼ ਹੈ ਜਿਹੜੀ ਮੈਨੂੰ ਹੈਲਪ ਕਰ ਰਹੀ ਹੈ। ਔਰ ਗੁਰੂ ਸਾਹਿਬ ਕਹਿੰਦੇ ਆ 184 चेन चलाइया कि 84 दे 84 लाख जीव मेरी सेवा ते लाते हैं। ते फिर कहते मैं इधर उधर की मुंह चुक के तो क्या मुंह छंदा, कहते मैं किधर जाके लभ रहा कि मैनू मिल जाए कुछ, इस तो उत्ते कुछ मिल सकता सी कि
एनीवे अगर असी हुण समरी च इहनूं देखना चाहिए जो असी डिस्कस कीता, इस तो बाद असी पर जो साइंटिफिक एंड गुरबाणी के आधार ते सानू अगर एक बार Gurbani and latest scientific discoveries are in agreement on the following aspects of universe and life. इहदे च किथे कोई भी डिसएग्रीमेंट नहीं है। क्रिएशन ऑफ यूनिवर्स नू लैके, स्प्लिटिंग इनटू सेल लैके, पैंड होण नू लैके, तो असीं किहा सी बिग क्रंच नाल जो सोबिनस है इन्हें क्लोज भी होना एक दिन, और जो रीफॉर्म होएगा यूनिवर्स भी बन सकता है। बैलेंसिंग फोर्सेस जिते असी आड़ा ने आकाश की गल की, ग्रेविटेशन की गल की, लगातार दिन रात चल रही ने। Creation of life in water and process of evolution. All forms of life are supporting and creating. जितनियां भी हमने असी डिस्कस की भी forms of life है directly या indirectly साडी sustain करन नू भी support कर। Human and finally human limitations to actions of mystical phenomena of universe. साइंस भी आज कह चुकी है एक कभी पॉसिबल ही नहीं यूनिवर्स का दूसरा छोर पता भी लगा पाइए किथे है, इहदे उत्ते भी जो गुरु साहब ने कहा है ये बेअंत है, इनू कोई भी नहीं लिख सकता। वो आज साइंस कह रही है कि इनू कोई, सो ये सब चीज़ां ते चीज़ें ऐसी कई हैं और वो 20th सेंचुरी विच आके साइंस ने एक्सप्लोर ते नहीं पहुंची है। उन्हें जो 3 खास चीज़ां ने, एग्जिस्टेंस ऑफ मल्टीपल यूनिवर्सिस। सो गुरबाणी के हिसाब नाल एक यूनिवर्स नहीं है, ये बिग बैंग या कुछ होर किथे भी सृष्टि दे विच होया हो सकता है। वो बाणी के हिसाब नाल कोई परमात्मा का यूनिवर्स असी कह दिए कल यूनिवर्स का अंत इतना साइज है या कुछ कोई। Then existence of life on innumerable celestial body. गुरबाणी ने शुरू ही कह दी थी कि ये अनेका अनेका बेअंत ऐसियां सैलैशियल बॉडियां जिहदे उत्ते की जीव जंतु हन। अज साइंस ये कहती है कि साडे यूनिवर्स विच 10 raised to the power 17, दैट मीन्स एक दे अगे 17 वार जीरो लगाओ तो इतने प्लैनेट्स हैं जिन्हां ते लाइफ होने की उम्मीद रखते हैं। अगर हर एक अरब, अगर हर एक बॉडी विच एक सैलैशियल बॉडी साडे कोल प्लैनेट्स ऑफ सन इहो जियां अगर 10 raised to the power 24 प्लैनेट्स कैलकुलेशन साइंटिफिक कैलकुलेशन कह रही है जिहदे की बहुत वड्डी एरर भी हो सकती है, बट इतनी वड्डी एरर नहीं होगी कि ये सिर्फ 500 ही रह गए। मतलब जीरोस 2-4 घटा दो वधा दो साडी समझ तो फिर भी बाहर है। आज साइंस मनदी है कि अप्रोक्सीमेटली एक तो बाद प्लैनेट्स दे उत्ते ते लाइफ भी हो सकती है सिर्फ साडे यूनिवर्स विच। एंड फाइनली यूनिवर्स गोइंग थ्रू ए साइक्लिक फिनोमिना ऑफ अपीयरेंस एंड डिसअपीयरेंस। बाणी ने तो क्या कई बार पसरियो पासा सदा एक एक कंकारे पसारा जदों खत्म होए बिग क्रंच दा ये दोबारा भी शुरू हो जाएगा। ते इहदे बारे होने शुरू हो चुके हैं और उहदे बारे रिसर्च कंटिन्यूसली चल रही है और अजे उस है वो कहते सानू उम्मीद है असी इहदे बारे कह पावांगे पर कह नहीं पा रहे। सो गुरबाणी ने कुछ ऐसी चीज़ां भी कही हैं जिन्होंने साइंस ने नकारिया नहीं है, बट साइंस कहती है असी पिछे चल रहे हैं समझते असी भी इन्हां बारे कुछ होर कह पावांगे। सो अबाउट evolution, about beyond earth process, certain laws which are keeping us together। ऐसे दुनिया जिहड़े कॉस्मिक लॉज हैं जिहदी वजह नाल अज असीं एग्जिस्ट करते हैं तो उन्हां बारे बहुत ही कॉमन व्यूज हैं और ये बहुत ब्रॉड लेवल की स्टडी अगर डिटेल च जाना चाहिए तो देयर आर मिलियंस ऑफ बुक्स, एक नहीं दो नहीं लखां किताबां ने जिन्हां दे बारे
ਜਿਨ੍ਹਾਂ ਦੇ ਵਿੱਚ ਇਹਨਾਂ ਦੇ ਬਾਰੇ ਡਿਟੇਲਸ ਦਿੱਤੀਆਂ ਹੋਈਆਂ। ਪਰ ਇਹ ਸਭ ਕਿਉਂ? ਹੁਣ ਅਸੀਂ ਥੋੜਾ ਹੋਰ ਅੱਗੇ ਚੱਲ ਕੇ ਸੋਚੀਏ। ਇੱਕ ਕ੍ਰੀਏਸ਼ਨ ਹੈ, ਉਹ ਅਸੀਂ ਸਭ ਸਮਝਦੇ ਹਾਂ ਉਹ ਕਿਉਂ ਹੈ? ਕਿਉਂਕਿ ਜੀਵ ਜੰਤੂ ਦੇ ਲਿਵ ਬਾय ਇਨਸਟਿੰਕਟ। ਉਹ ਜੋ ਸਾਹਮਣੇ ਜਿਹਨਾਂ ਨੂੰ ਠੀਕ ਕਰਦੇ ਆ, ਉਹ ਇਸ ਚੱਕਰ 'ਚ ਪੈਂਦੇ ਨਹੀਂ ਕਿ ਸ੍ਰਿਸ਼ਟੀ ਕਦੋਂ ਬਣੀ ਸੀ ਕਦੋਂ ਨਹੀਂ ਬਣੀ ਸੀ, ਉਹਨਾਂ ਨੇ ਕਦੀ ਸੋਚਣਾ ਵੀ ਨਹੀਂ। ਉਹ ਬਹੁਤ ਜ਼ਿਆਦਾ ਸੋਫਿਸਟੀਕੇਟਿਡ ਲਾਈਫ ਵੱਲ ਵੀ ਨਹੀਂ ਵੱਧਦੇ। ਉਹਨਾਂ ਨੇ ਕੋਈ ਮਹਿਲ ਨਹੀਂ ਖੜੇ ਕਰਨੇ, ਉਹਨਾਂ ਨੇ ਕੋਈ ਬਿਲਡਿੰਗਾਂ ਨਹੀਂ ਬਣਾਉਣੀਆਂ, ਉਹਨਾਂ ਨੂੰ ਮਹਿਲ ਦੇਖ ਕੇ ਕੋਈ ਐਕਸਾਈਟਮੈਂਟ ਵੀ ਨਹੀਂ ਹੁੰਦੀ। ਸੋ ਬੇਸਿਕਲੀ ਹਿਊਮਨ ਬੀਇੰਗਸ ਆਰ ਡਿਫਰੈਂਟ। ਹਿਊਮਨ ਬੀਇੰਗਸ ਜਿਹੜੇ ਕਿ ਪਰਮਾਤਮਾ ਨਾਲ ਮਿਲ ਸਕਦੇ ਸੀ, ਉਹਦੇ ਲਈ ਇੱਕ ਚੈਲੰਜ ਵੀ ਜਾਣ ਪਾਂਗਾ। ਉਹ ਵੀ ਕਹਿ ਗਏ ਤੂੰ ਅੱਗੇ ਜਾਣ ਦੀ ਕੋਸ਼ਿਸ਼ ਵੀ ਨਾ ਕਰਨਾ। और एक तीसरा एस्पेक्ट है, should basically enlighten me to a different level where I start understanding my life in a very different manner। कि मैनू कुछ एक अलग जी रोशनी मिले कि मैं देख रहा, मैनू ते लाइफ नू होर डीपली और सीरियसली लेना पेगा। वो सानू एनलाइटनमेंट मिलनी चाहिए। तो असी जो स्पेशल स्टेटस ऑफ ह्यूमन बीइंग है या मनुखा का जो विशेष है कि सानू लखां बाद का दर्जा मिला है, ये सच्चाई है। ये सच्चाई है कि वो भी कह रहे ने चिरंकाल ले दे संजरिया। सानू नहीं पता वो आत्मावां दा गेम की हुंदा है, स्पिरिट्स दा गेम की है कि नहीं है, पर जीव जंतु सन, आत्मा सी पहला। और ऐसी भी संभावना है कि असी बहुत कुछ शायद किते किते जूना विच कर भी आए होइए या ना भी कर आए होइए, वो सानू कदी असी उदा कंक्लूजन नहीं निकाल पावांगे। पर लंबी यात्रा जो शुरू हुई, जिथे शब्द ये भी आंदा है कि बहुत जन्म बिछड़े थे माधो, ये जन्म तुम्हारे लेखे। जो बहुत जन्म बिछड़े की गल कर रहे हो, जरूरी नहीं मनुखा जन्म की गल कर रहे हो। पता नहीं केड़े केड़े जन्मां च किस तरह विछड़े हुए, किता नहीं करोड़ साल पहला विछड़े सी कि 5 लाख साल पहला विछड़े सी कि कदों विछड़े सी, सानू नहीं पता। साडे कोल उहदा जवाब कदी मिलेगा भी नहीं। गुरु साहब ने शुरू च ही सैकेंड पौड़ी दे विच ही कह दिता, कोशिश भी ना कर, नहीं मिलेगा जवाब। फिर फाइनली है कि परमात्मा नाल मुड़ जुड़न दा मौका गवाना कि बहुत महंगा पै सकता है। इसदा आंसर तो स्पष्ट है और कबीर दास जी का असीं अखीर विच श्लोक भी लवांगे। वो बहुत महंगा पै सकता है। फिर सानू नहीं पता कि हुण अगले 5 लाख साल होंगे कि करोड़ साल होंगे कि 2 करोड़ कि 10 करोड़ कि 1000 करोड़ साल होंगे। वो मिलन का मौका हो सकता है हथों निकल जाए और फिर मुड़ के सानू वो ना मिले, जो कि साडे जीवन का एक मकसद सी। वाहिगुरु ने किस किस्म की तैयारी की है, असीं पहलां ये समझ ली। असीं ते अजे अपनी गल कर रहे हैं कि सानू बहुत कुछ करना ताकि असीं जीवन का लाहा लै सकीए, जीवन नूं समझ सकीए। असीं की स्टैप लईए, असीं क्यों ना एक बार ये देख लीए कि वाहिगुरु ने किस किस्म की तैयारी की है कि जिस नाल साडा जीवन एक सुख नाल बतीत हो सके और असीं मुड़ के परमात्मा दे विच समा जाइए या जुड़ जाइए। एंड अलाउ अस टू रीयूनाइट विद हिम। एक बार सानू नजर मार के पिछे झांक के देख लेना चाहिए। इनकैलकुलेबल एफर्ट्स टू शेप अप ह्यूमन बीइंग्स जिवें असीं दस चुके हैं, पिछले 8 मिनट की खेड है, करीब 2 लाख साल की प्रिपरेशन टाइम टू मेक अर्थ इनहैबिटेबल। परमात्मा ने 1150 करोड़ साल लगा दिते ताकि पहला यूकराइट सैल अर्थ दे उत्ते आ सके। कितना वड्डा एफर्ट है, कितना लंबा एफर्ट है, साडी समझ तो बाहर है। बेअंत वर्ड भी बहुत छोटा लगता है। उस तो बाद 230 करोड़ साल तक इवोल्यूशन चलता रहा। वो एक पहले सैल तो वधे वधे जीव जंतु वनस्पति करते करते 2 लाख साल पहले होमोसेपियंस आ गए अर्थ पे, असी मनुख फॉर्म च आ गए। और जो पिछले 2 लाख साल हैं वो ह्यूमन लाइफ जिहड़ी है बिल्कुल ही नेगलिजिबल है।
ਤੇ ਇਹਨਾਂ ਤਿੰਨ ਚੀਜ਼ਾਂ ਨੂੰ ਅਸੀਂ ਸਕੇਲ ਤੇ ਡਰਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਅਗਰ ਇਹ ਬਲੂ ਵਾਲਾ ਪੋਰਸ਼ਨ 1150 ਕਰੋੜ ਸਾਲ ਦਾ ਹੈ, ਨੈਕਸਟ ਗ੍ਰੀਨਿਸ਼ ਜਿਹੜਾ ਪੋਰਸ਼ਨ ਹੈ ਉਹ 230 ਕਰੋੜ ਸਾਲ, तो जो लास्ट दे 2 ਲੱਖ है ਉਹਨੂੰ ਅਸੀਂ 15 ਗੁਣਾ ਵੱਡਾ ਕਰਕੇ ਦਿਖਾਇਆ, ਕਿਉਂਕਿ ਅਦਰਵਾਈਜ਼ ਸਕਰੀਨ ਤੇ ਦਿਖ ਹੀ ਨਹੀਂ ਸੀ ਰਿਹਾ। ਇਤਨਾ ਹੀ ਟਾਈਮ ਹੋਇਆ ਮਨੁੱਖ ਨੂੰ ਆਇਆ। ਇਹ ਸਾਡੇ ਭਾਗ ਨੇ, ਇਹ ਸਾਡੀ ਕਿਸਮਤ ਹੈ, ਜਿਹਨੂੰ ਕਹਿੰਦੇ ਨੇ ਮੱਥੇ ਤੇ ਭਾਗ ਲਿਖਾ ਕੇ ਇਹੀ ਭਾਗ ਹੈ। ਆ ਗਏ ਮਨੁੱਖ ਫਾਰਮ ਵਿੱਚ, ਬੜੀ ਵਾਰ ਭਾਗ ਦੀ ਗੱਲ ਆਏਗੀ, ਠੀਕ ਹੈ, ਉਹ ਅਸੀਂ ਦੇਖਾਂਗੇ ਅੱਗੇ ਚੱਲ ਕੇ ਫਿਰ, ਰਾਈਟ। ਹੁਣ ਅਸੀਂ ਦੇਖਦੇ ਹਾਂ ਕਿ ਕੀ ਕੁਝ ਕੀਤਾ ਪਰਮਾਤਮਾ ਨੇ ਸਾਡੇ ਲਈ, ਕੀ ਤਿਆਰੀ ਕੀਤੀ। ਸਾਡੇ ਘਰ ਕੋਈ ਗੈਸਟ ਆਣਾ ਹੋਏ ਨਾ, ਅਸੀਂ 2-4 ਘੰਟੇ ਲਾ ਕੇ ਘਰ ਵੀ ਸਾਫ਼ ਕਰ ਲਈਦਾ, ਕੁਝ ਕਿਚਨ 'ਚ ਚੀਜ਼ਾਂ ਵੀ ਬਣ ਰਹੀਆਂ ਹੁੰਦੀਆਂ, ਸੰਵਾਰੀਦਾ। ਗੈਸਟ ਨੇ ਥੋੜੀ ਦੇਰ ਲਈ ਆਣਾ ਹੁੰਦਾ। ਕੁਝ ਇਸੇ ਤਰ੍ਹਾਂ ਪਰਮਾਤਮਾ ਨੇ ਬੜਾ ਵੱਡਾ ਐਫਰਟ ਬਣ ਕੇ ਹੁਣੇ ਮੇਰੇ ਬੱਚੇ ਮੇਰੇ ਕੋਲ ਵਾਪਸ ਆਣਗੇ। ਇਹ ਬਹੁਤ ਸੀਰੀਅਸ ਕਨਸੈਪਟ ਹੈ। ਵਿਛੜੇ ਤੇ ਪਤਾ ਨਹੀਂ ਕਿੱਥੇ ਵਿਛੜੇ, ਕਿਸ ਫਾਰਮ 'ਚ ਵਿਛੜੇ, ਕਿੱਥੋਂ ਕਿੱਥੋਂ ਪਾਸ ਹੋਏ। ਪਰਮਾਤਮਾ ਨੂੰ ਇਹ ਤੇ ਪਤਾ ਸੀ ਹੁਣੇ ਬੱਚੇ ਮੁੜ ਕੇ ਆਣਗੇ ਮੇਰੇ ਕੋਲ ਜਦੋਂ ਇਹ ਮਨੁੱਖ ਬਣਨਗੇ। So in this long drawn process, nature has put its incalculable efforts to initiate and support human life. वो ਅਸੀਂ ਦੇਖ ਚੁੱਕੇ ਹਾਂ ਕਿੰਨਾ ਐਫਰਟ ਲੱਗਿਆ। 4 ਬਿਲੀਅਨ ਈਅਰਸ, 400 ਕਰੋੜ ਸਾਲਾਂ ਤੋਂ ਸੂਰਜ ਲਗਾਤਾਰ ਅਰਥ ਨੂੰ ਰੋਸ਼ਨੀ ਔਰ ਗਰਮੀ ਸੁੱਟ ਰਿਹਾ ਤਾਂ ਕਿ ਇੱਥੇ ਲਾਈਫ ਚੱਲ ਸਕੇ। ਘਰ ਇੱਕ ਬਿਜਲੀ ਦਾ ਅਸੀਂ ਬਲਬ ਚਲਾਉਂਦੇ ਨਾ ਤੇ ਖਰਚਾ ਫਿਕਰ ਹੁੰਦਾ ਸਾਨੂੰ, ਇਹ ਫालतू ਬਲਬ ਕਿਉਂ ਜਗ ਰਿਹਾ। 400 ਕਰੋੜ ਸਾਲਾਂ ਤੋਂ ਇੱਕ ਬਲਬ ਪਰਮਾਤਮਾ ਨੇ ਚਲਾਇਆ ਤਾਂ ਕਿ ਅਰਥ ਦੇ ਉੱਤੇ ਅਸੀਂ ਜਿੰਦਾ ਰਹਿ ਸਕੀਏ। ਇਹ ਬੱਚਿਆਂ ਦੇ ਲਈ ਪਿਆਰ, ਇਹ ਸੀ ਆਪਣੀ ਸ੍ਰਿਸ਼ਟੀ ਲਈ ਪਿਆਰ। ਔਰ ਕਿੰਨਾ ਐਕਸਪੈਂਸਿਵ ਰਿਹਾ ਇਹ ਸਾਰਾ ਗੇਮ, ਜਿਹਦੇ 'ਚ ਥੋੜੇ ਜਿਹੇ ਮਨੁੱਖਾਂ ਕੋਲ ਇਹ ਚਾਂਸ ਹੈ ਕਿ ਉਹ ਫਾਈਨਲੀ ਜਾ ਕੇ ਪਰਮਾਤਮਾ ਦੀ ਗੋਦ ਵਿੱਚ ਬੈਠ ਸਕਣ। ਔਰ ਉਹਨੇ 84 ਲੱਖ ਜੂਨਾਂ ਨੂੰ, ਹਾਲਾਂਕਿ 84 ਲੱਖ ਦਾ ਨੰਬਰ ਇੱਕ ਅਲੰਕਾਰਿਕ ਤੌਰ ਤੇ ਯੂਜ਼ ਹੋਇਆ ਹੈ। ਪਰਮਾਤਮਾ ਦੇ ਜੇ ਬਣਾਏ ਹੋਏ ਜੀਵ ਹੈ ਉਹ ਬੇਅੰਤ ਹੈ। 84 ਲੱਖ ਇਸ ਲਈ ਕਿਉਂਕਿ ਬੜਾ ਪ੍ਰਚਲਿਤ ਜਿਹਾ ਵਰਡ ਸੀ। ਅਸੀਂ ਨਹੀਂ ਜਾਣਦੇ ਉਹ 1 ਕਰੋੜ ਨੇ ਕਿ 20 ਲੱਖ ਨੇ ਕਿ ਕਿਤਨੇ, ਅਸੀਂ ਬੇਅੰਤ ਹੀ ਕਵਾਂਗੇ। ਗੁਰਬਾਣੀ 'ਚ ਨੰਬਰ 'ਚ ਕਦੀ ਪਈ ਹੀ ਨਹੀਂ। ਗੁਰਬਾਣੀ ਜਿੱਥੇ ਯੂਜ਼ ਹੋਇਆ ਅਲੰਕਾਰਿਕ ਤੌਰ ਤੇ ਇਸਤੇਮਾਲ ਹੋਇਆ 84 ਲੱਖ। ਕੋਈ 84 ਲੱਖ ਦੀ ਸੈਂਕਟਿਟੀ ਬਾਣੀ ਦੇ ਹਿਸਾਬ ਨਾਲ ਨਹੀਂ ਹੈ, ਪਰ ਠੀਕ ਹੈ, 184 ਨੇ ਜੋ ਆਮ ਪ੍ਰਚਲਿਤ ਵਰਡ ਹੈ ਯੂਜ਼ ਕਰ ਦਿੱਤਾ। ਉਹ ਸਾਰੇ ਦੇ ਸਾਰੇ ਵੀ ਮੇਰੀ ਸੇਵਾ ਤੇ ਲਾਤੇ। ਹੋਰ ਕਿੰਨੀ ਪਰਮਾਤਮਾ ਕੋਲੋਂ ਅਸੀਂ ਸੇਵਾ ਦੀ ਉਮੀਦ ਰੱਖ ਕੇ ਬੈਠੇ। ਹੋਰ ਅਸੀਂ ਕੀ ਚਾਹੁੰਦੇ ਹਾਂ ਪਰਮਾਤਮਾ? ਕਿਤਨੇ ਹਜ਼ਾਰ ਕਰੋੜ ਸਾਲ ਦਾ ਐਫਰਟ, ਫਾਈਨਲੀ ਸਾਨੂੰ ਮਨੁੱਖਾ ਜੀਵਨ ਦੇ ਦਿੱਤਾ ਪਰਮਾਤਮਾ। ਇੱਕ ਐਗਜ਼ਾਮਪਲ ਦੇ ਤੌਰ ਤੇ ਤੁਹਾਨੂੰ ਦੱਸਦੇ ਹਾਂ ਕਿ ਜੋ ਦੁਨੀਆ ਦੇ ਵਿੱਚ ਅੱਜ ਦੀ ਤਾਰੀਖ ਦੀ, ਮੈਂ ਸਾਇੰਸ ਦਾ ਸਟੂਡੈਂਟ ਹਾਂ ਤੇ ਡੇਟਾ ਅਸੀਂ ਇਕੱਠਾ ਕਰਦੇ ਹਾਂ, 3.2 ਮਿਲੀਅਨ ਮੈਗਾਵਾਟ ਪਾਵਰ ਦੀ ਰਿਕੁਆਇਰਮੈਂਟ ਹੈ ਪੂਰੀ ਅਰਥ ਤੇ। ਜਿਤਨੀਆਂ ਵੀ ਚੀਜ਼ਾਂ ਚੱਲ ਰਹੀਆਂ, ਫੈਕਟਰੀਆਂ, ਘਰ, ਟ੍ਰੇਨਾਂ, ਮੈਟਰੋਜ਼, ਜੋ ਵੀ ਚੱਲ ਰਿਹਾ ਹੈ, ਮਾਲਸ ਚੱਲ ਰਹੇ ਨੇ, ਇੰਡਸਟਰੀਜ਼ ਚੱਲ ਰਹੀ ਹੈ, 3.2 ਮਿਲੀਅਨ ਮੈਗਾਵਾਟ ਦੀ ਪਾਵਰ ਅੱਜ ਦੀ ਰਿਕੁਆਇਰਮੈਂਟ ਹੈ ਇਸ ਅਰਥ ਦੀ। ਮੈਂ ਅੱਜ ਦੀ ਡੇਟ ਦੀ ਗੱਲ ਕਰਾਂ। ਔਰ ਜੋ ਸਨ ਐਮਿਟ ਕਰ ਰਿਹਾ ਨਾ, ਜੇ 7 ਬਿਲੀਅਨ ਆਬਾਦੀ ਲੈ ਲਈਏ ਤੇ ਉਹ 65 ਮਿਲੀਅਨ ਮੈਗਾਵਾਟ ਹਰ ਮਨੁੱਖ ਦੇ ਲਈ ਐਮਿਟ ਕਰ ਰਿਹਾ। ਦੈਟ ਮੀਨਸ ਜਿਤਨੀ ਟੋਟਲ ਅਰਥ ਦੀ ਪਾਵਰ ਦੀ ਰਿਕੁਆਇਰਮੈਂਟ ਹੈ ਉਹਦੇ ਨਾਲ 20 ਗੁਣਾ ਪਾਵਰ ਪਰਮਾਤਮਾ ਕੱਲੇ ਮੇਰੇ ਲਈ ਐਮਿਟ ਕਰ ਰਿਹਾ ਸੂਰਜ ਤੋਂ। ਇਹ ਪਰਮਾਤਮਾ ਦਾ ਪਿਆਰ ਦਾ ਤਰੀਕਾ ਹੈ, ਇਹ ਪਰਮਾਤਮਾ ਦਾ ਪਿਆਰ ਹੈ, ਇਹ ਪਰਮਾਤਮਾ ਦੀ ਲੈਂਗੁਏਜ ਹੈ। ਕੱਲ ਮੈਨੂੰ ਮੇਜਰ ਜਨਰਲ MP ਸਿੰਘ ਨੇ ਇੱਕ ਕਿਤਾਬ ਦਾ ਰੈਫਰੈਂਸ ਭੇਜਿਆ, ਲੈਂਗੁਏਜ ਆਫ ਗॉड। ਟਾਈਟਲ ਬਹੁਤ ਸੋਹਣਾ, ਮੈਂ ਜੇ ਬੁੱਕ ਪੜ੍ਹੀ ਨਹੀਂ, ਪਰ ਮੇਰੇ ਵੀ ਮਾਈਂਡ ਵਿੱਚ ਸੀ ਇਹ ਵੀ ਲੈਂਗੁਏਜ ਆਫ ਗॉड ਹੀ ਹੈ। ਇਹ ਵੀ ਪਰਮਾਤਮਾ ਦੀ ਲੈਂਗੁਏਜ ਹੈ ਕਿ ਹਰ ਇਨਸਾਨ ਨੂੰ ਜਿਤਨੀ ਅਰਥ ਤੇ ਟੋਟਲ ਪਾਵਰ ਰਿਕੁਆਇਰਮੈਂਟ ਹੈ ਉਹਦੇ ਨਾਲ 20 ਗੁਣਾ ਪਾਵਰ ਕੱਲੇ ਕੱਲੇ ਨੂੰ ਦੇ ਰਿਹਾ ਹੈ, ਅਗਰ 7 ਬਿਲੀਅਨ ਆਬਾਦੀ ਮੰਨ ਲਈਏ। ਇਹ ਕੈਲਕੂਲੇਸ਼ਨ ਮੈਂ ਆਪਣੇ ਹੱਥ ਨਾਲ ਕਰਕੇ ਦੇਖੀ। ਇਹਦਾ ਮਤਲਬ ਮੇਰੀ ਕੱਲੀ ਕੱਲੀ ਸਾਹ ਦੀ ਕੀਮਤ, when I am breathing,
वो करीब करीब 2.5 और 3 लाख रुपए ਦੇ ਵਿਚਕਾਰ ਪੈਂਦੀ अगर 5 रुपए पर यूनिट लगावां। ਅਸੀਂ जो 5 रुपए पर यूनिट ਦਿੰਦੇ अगर उस रेट ਨਾਲ ਲਗਾਈਏ ਤੇ ਮੇਰੀ हर ਸਾਲ ਦੀ ਕੀਮਤ 2.5 ਲੱਖ ਤੋਂ 3 ਲੱਖ रुपए ਪੈ ਰਹੀ ਹੈ परमात्मा ਨੂੰ। रेयरेस्ट ऑफ रेयर बीइंग ह्यूमन। कबीर मानस जन्म दुर्लभ है, समझ जाओ कितना दुर्लभ है। कोई ना बारे बार, कोई गारंटी नहीं है मनुख बनोगे। यूं बन फल पाके भूए गिरे, पौहर न लागे डर। फल एक बार टूट गया, एक बार साड़ियां उखड़ जाणगियां, और मुड़ के सानू परमात्मा नाल मिलण दा चांस असी नहीं जानते मिलेगा, लाख साल बाद मिलेगा, करोड़ साल बाद मिलेगा, 1000 करोड़ साल बाद मिलेगा, की मिलेगा की नहीं मिलेगा। वी कैनॉट बी जजमेंटल, क्योंकि हुक्म ना किया जाए वो नहीं किया जा सकता। और इतना ही सानू सीरियसली लाइफ नू लैके चलण दी लोड़ है। इसी करके कहा गया कि असी मने कहते हैं असी करिए शायद कि सब कुछ दिता शरीर गोत बस एक ही है मैंने। और इस श्लोक नू लोड़ होए ते कई दिन पढ़िए ताकि इसनू जीवन समझ सकी। वो जो सब गल्लां इन्हां मॉड्यूल्स कीते हैं उन्हां चों सानू कुछ एक रोशनी मिले कि मेरा इस धरती ते होना और एक डायरेक्शन गुरु दी बाह पकड़ के चलना एक कोई छोटा फिनोमिना नहीं है। अदरवाइज चांस हथों गया कि गया, असी गवान ही हुए। साडी तरफों कोई गवान नहीं, सिर्फ लोड़ है ते जग दुर्लभ है, बहुत ज्यादा दुर्लभ है। इस दे नाल ही असीं फिनिश करते हैं जी। लाइफ इज रेयर, इट हैज टू बी लिव्ड विद केयर। और साडा जो नेक्स्ट मॉड्यूल होएगा वो इवोल्यूशन, असीं ते रिवर्स इज देयर ए गॉड, असीं उहदे ते एक फुल डिस्कशन करांगे। वो मॉड्यूल 2 है। आज मॉड्यूल 1 दा पार्ट 2 सी, छोटी जी करैक्शन सी जो मैसेज आया सी। ਇਹਦੇ ਨਾਲ मैं जो शेयरिंग वाला पार्ट है क्लोज करना, जो ਤੁਹਾਡੇ क्वेश्चंस ਹੋਣ ਤੁਸੀਂ ਪੁੱਛ सकते। और बाकी जिस तरह मत होएगी जवाब देने की कोशिश करांगे, जो गुरु करवाएगा। वाहिगुरु जी का खालसा, वाहिगुरु जी की फतेह। वाहिगुरु जी की फतेह। हाँ जी, कोई संगत से क्वेश्चन करना चाहे तो जरूर करो। अंकल जी वाहिगुरु जी का खालसा, वाहिगुरु जी की फतेह। अंकल क्वेश्चन तो नहीं है, आई जस्ट वांटेड टू से दैट हाँ जी बोलो बेटे। अंकल जी the topic is बहुत ज़्यादा interesting सी, like even though we have learned it already in school, I just felt like the way you explained it, it was like very nice, very beautifully explained it. लोग कहंदे कि गुरबाणी नाल सानू जेड़ा एदा अज पता लगा कि साइंस ते असीं पढ़िया सी, और कहण दा मतलब है कि अज गुरबाणी दे नाल असीं सारा सुन के भी सानू बहुत ही वधिया लगा। ये कहना चाह रही हां जी। बेटे बहुत ज्यादा अच्छी गल है। मतलब अज दी डेट विच बहुत सारे बहुत घट बच्चे हैं जो जुड़े हुए हैं, और सानू देख के खुशी हुंदी है जदों तुहाडी एज ग्रुप दे किसी भी बच्चे नू देखदे हां। उम्मीद बन तुसी समझोगे, अगे लैके जाओगे, अपना जीवन भी सवारोगे ते बाकियां दा भी जितने तक हो सकेगा। और आम तौर ते ये कहा जाता है कि जो साइंस दा पहला मैं वो नेक्स्ट टॉपिक विच इज देयर ए गॉड विच मोर डिटेल्स कवर कि कुछ कॉन्ट्राडिक्शन की प्रॉब्लम नहीं है, क्यों बदले हैं कि कुछ चल रहा है। पर साइंस दे नां ते ज्यादा डैमेज भी होया, साइंस क्योंकि समझ नहीं सी ते
ਸਾਇੰਸ ਅੱਜ ਦਾ ਕਿਹੜਾ ਯੁੱਗ ਹੈ, ਤੁਸੀਂ ਕਿੱਥੇ ਬੈਠੇ ਹੋਏ ਆ, ਕੀ ਬਸ ਉਹ ਥੋੜੀਆਂ ਹਵਾ 'ਚ ਕੁਝ ਗੱਲਾਂ ਲੋਕਾਂ ਨੇ ਸੁਣੀਆਂ ਔਰ ਸਾਰਾ ਦਾ ਸਾਰਾ ਮਾਹੌਲ ਖਰਾਬ ਕਰਤਾ। ਇਹਦੇ ਵਿੱਚ ਵੀ ਬਾਣੀ ਕੀ ਕਹਿ ਰਹੀ ਹੈ, ਉਹ ਤੇ ਸਾਇੰਸ ਤੋਂ ਕਿਤਨੀ ਅੱਗੇ ਚੱਲ ਰਹੀ। ਸਾਨੂੰ ਤੇ ਇਹ ਸਮਝ ਹੀ ਨਹੀਂ ਆ ਸਕਦਾ ਕਿ 500 ਸਾਲ ਪਹਿਲਾਂ ਗੁਰੂ ਸਾਹਿਬ ਅਰਬਤ ਨਰਬਤ ਧੁੰਦੁਕਾਰਾ ਦੀ ਗੱਲ ਵੀ ਕਿਸ ਤਰ੍ਹਾਂ ਸੋਚ ਸਕਦੇ ਹੋ। ਤੁਹਾਡੇ ਸਾਹਮਣੇ ਮੈਟਰ ਹੈ, ਤੁਸੀਂ ਕਹਿੰਦੇ ਮੈਟਰ ਇੱਕ ਦਿਨ ਸੀ ਨਹੀਂ। ਬੰਦਾ ਕਹੇਗਾ ਜੀ ਇਹਨਾਂ ਨੂੰ ਉੱਠ ਕੇ ਚਲੋ ਜੀ, ਇਹਨਾਂ ਨੂੰ ਤੇ ਕੁਝ ਸਮਝ ਹੀ ਨਹੀਂ ਹੈ। इतनी कोई आम आदमी की समझ है ना। और देखो के 20th सेंचुरी के मिडल में जाके बाणी कह रही और साइंस कह रही है कि एक समा सी जदों नहीं सी। ये किस तरह दे मतलब साडे किस तरह के गुरु हैं, मतलब किहड़े टैलीस्कोप लैके घूमते रहे, उन्होंने अंतर ज्ञान कित्थों मिले। ये बड़ी वड्डियां मिस्ट्रीज हैं। और असी की कह सकते हैं, मतलब साइंस ते बेसिकली साइंस इज द स्टडी ऑफ गॉड ओनली। आफ्टर ऑल साइंस की पढ़ रही है और पढ़ी जा कर की रहे हैं। आई हैव बीन ए स्टूडेंट ऑफ साइंस, पर हमेशा ये फीलिंग आती थी इट्स अ स्टडी ऑफ गॉड। असि दूसरे एंगल में पढ़ रहे हैं, दूसरी डायरेक्शन तो आ रहे हैं, सिर्फ फर्क इतना ही है ना बेटे। बहुत ही खुशी की गल है, तुसी इंटरेस्ट पर्सनली बड़ा थैंकफुल है जी की फतेह जी। कोई सवाल मेरे को जवाब पर पूछण की जाता है। What does Gurbani have to say about economics and how one should conduct one's business? फिर जी ਇਹਦਾ ਨਾ ਟੇਲਸ ਰਿਪਲਾਈ ਹੈ ਸਾਡੇ ਆਉਣ ਵਾਲੇ ਇੱਕ ਮੋਡਿਊਲਸ ਵਿੱਚ ਥੋੜਾ अगर ਅਸੀਂ ਹੁਣ ਰਿਪਲਾਈ ਦੇਾਂਗੇ ਤੇ ਉਹ ਫਿਰ ਸੀਕੁਐਂਸ ਟੁੱਟ ਜਾਂਦੀ ਹੈ। ਆਰਾਮ ਨਾਲ ਕੈਪੀਟਲਿਜ਼ਮ ਇਸ ਬਾਰੇ ਅਸੀਂ ਡਿਸਕਸ ਕਰਾਂਗੇ ਇੱਕ ਮੋਡਲ ਸਾਡੇ ਡਿਸਕਸ਼ਨ। ਠੀਕ ਹੈ ਜੀ। ਸਾਡੇ ਕੋਲ ਵੀਰ ਜੀ 350-400 ਸਵਾਲ ਸੀ, ਸ਼ਾਇਦ ਵੱਧੇ 500 ਹੋ ਗਏ ਜਿਨ੍ਹਾਂ ਨੂੰ ਅਸੀਂ ਮੋਡਿਊਲਸ ਵਿੱਚ ਕਵਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਔਰ ਸੀਕੁਐਂਸ ਦਾ ਇੱਕ ਸਿਸਟਮ ਲਿੰਕ ਕਰਨੇ ਕਈ ਐਂਡ बारे बोल दो ते लिंक करने भी बड़े मुश्किल, ਅਸੀਂ ਫਿਰ रेफरेंस नहीं दे पाते। I will wait for the sure right time। हाँ जी हाँ जी, किसी सवाल हुए? Saranjit ji, sat shri akal। A very good indeed, a very informative session। ਜਿਵੇਂ ਕਿ ਮੈਂ कोशिश करदा कि एक इंपॉर्टेंट पॉइंट जरूर चुका पूरे सैशन विचों जो याद रह जाए। तो जब तक कैलकुलेशन ना आपां करिए मेरे ख्याल असी किसी भी पॉइंट ते नहीं पहुंच सकते। अज जिहड़ी कैलकुलेशन आप जी ने दसी है कि साडे एक श्वास की कीमत की है, मेरे ख्याल ये मोड़ना वो सच्चे पातशाह नूं ते भुल ही जाओ। ਅਸੀਂ ਇੱਕ ਸੈਕਿੰਡ ਵੀ ਵੇਸਟ ਕਰ ਰਹੇ ਹਾਂ ਅੱਜ ਦੇ ਟਾਈਮ 'ਚ ਤੇ ਆਪਣਾ ਨੁਕਸਾਨ ਅਸੀਂ ਆਪੇ ਕੈਲਕੂਲੇਟ ਕਰ ਸਕਦੇ ਹਾਂ, ਹੈ ਨਾ, ਈਚ ਵਨ ਆਫ ਅਸ। ਤੇ ਇਹ ਕੈਲਕੂਲੇਸ਼ਨ ਨੇ ਤਾਂ ਬਾਕੀ ਸਾਨੂੰ ਇੱਕ ਸੋਚਣ ਤੇ ਮਜਬੂਰ ਕਰਦਾ ਹੈ ਬੰਦੇ ਨੂੰ ਕਿ ਹਾਊ ਯੂ ਹੈਵ ਟੂ ਲਿਵ ਯੋਰ ਲਾਈਫ। ਹਾਂਜੀ, ਹਾਲਾਂਕਿ ਉਸ ਕੈਲਕੂਲੇਟਰ ਦਾ ਕੋਈ ਵੈਸੇ ਮਾਇਨੇ ਨਹੀਂ ਹੈ। ਨਹੀਂ ਮੈਂ ਸਮਝ, ਹਾਂਜੀ ਵੀ ਗੱਲ ਕੀਤੀ ਜਾਏ ਨਾ ਥੋੜੀ ਸਾਨੂੰ ਜ਼ਿਆਦਾ ਅਪੀਲਿੰਗ ਲੱਗਦੀ ਹੈ ਨੰਬਰਸ ਦੀ ਫਾਰਮ। ਹਾਲਾਂਕਿ ਜੇ ਬਾਣੀ ਹੈ ਸਾਨੂੰ ਨੰਬਰਸ ਤੋਂ ਇੱਕ ਤੋਂ ਇਲਾਵਾ ਬਾਕੀ ਸਭ ਨੰਬਰਸ ਨਾਲ ਤੋੜਦੀ ਹੈ, ਇੱਕ ਨੂੰ ਪੂਰੀ ਤਰ੍ਹਾਂ ਜੋੜਦੀ ਹੈ, ਬਾਕੀ ਸਾਰੇ ਨੰਬਰਸ ਨਾਲ ਤੋੜਨ ਤੇ ਲੱਗੀ ਹੈ ਬਾਣੀ। ਪਰ ਠੀਕ ਹੈ, ਮਤਲਬ ਸਾਨੂੰ ਇਹ ਪਤਾ ਲੱਗੇ ਕਿ ਸਾਡੀ ਸਾਹ ਦੀ ਕੀਮਤ ਕਿੰਨੀ ਹੈ। ਤੇ ਉਹ ਵੀ ਅਗਰ ਅਸੀਂ ਕਹੀਏ 5 ਰੁਪਏ ਪਰ ਯੂਨਿਟ ਤੇ ਸੂਰਜ ਜਿਸ ਤਰ੍ਹਾਂ 7 ਅਰਬ ਲੋਕਾਂ ਲਈ ਸੁੱਟ ਰਿਹਾ ਰੋਸ਼ਨੀ ਔਰ ਹੀਟ, ਤੇ ਕਿੰਨੀ ਕੁ ਟੋਟਲ ਐਨਰਜੀ ਸੁੱਟ ਰਿਹਾ, ਉਹਦੀ ਕਾਸਟ 5 ਰੁਪਏ ਪਰ ਯੂਨਿਟ ਲਗਾ ਕੇ ਰਫ ਕੈਲਕੂਲੇਸ਼ਨ ਕੀਤੀ ਤੇ ਬੜਾ ਮੈਨੂੰ ਇੰਟਰਸਟਿੰਗ ਲੱਗਿਆ ਕਿ ਅਸੀਂ ਹਰ ਸੈਕਿੰਡ ਗਵਾ ਫਿਕਰ ਪਰ ਮਰ ਜਾ। जी बिल्कुल, इट्स अ गुड वे टू एक्सप्लेन दी ऑडियंस के हाँ जी जे ਅਸੀਂ ਇਸ ਤਰ੍ਹਾਂ कैलकुलेट करिए तो ये निकल के आंदा है। तो बहुत अच्छा आप जी ने एग्जांपल दिता। कि जो टेक अवे होना चाहिए वो और कैलकुलेशन वाला पार्ट ठीक है, पर हर वेले कुछ दिन तक तो जरूर याद रहे कि मैं भी परमात्मा की ऑर्डनरी जी क्रिएशन नहीं है, मैं बड़ी रेयर जी
ਕ੍ਰੀਏਸ਼ਨ ਆ ਪਰਮਾਤਮਾ ਦੀ, ਪਰ ਉਹ ਫੀਲਿੰਗ ਨਾਲ ਜੀਣਾ ਬਹੁਤ ਅੱਛੀ ਗੱਲ ਹੈ। ਬਿਲਕੁਲ, ਬਹੁਤ ਵਧੀਆ ਜੀ। ਦਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ। ਫਤਿਹ। ਮੇਰਾ already told before also, I have been through the modules and I was already very I mean impressed everything. ਮੈਨੂੰ ਪਹਿਲੇ ਵੀ ਨਾ ਇਹਦੇ ਵਿੱਚ ਬੜਾ ਕੁਛ actually ਇੰਨਾ ਜ਼ਿਆਦਾ it was knowledge overloaded each and every episode, ਤੇ ਉਦੋਂ ਵੀ ਮੈਨੂੰ ਲੱਗਦਾ ਸੀਗਾ ਕਿ ਵੀ ਮੈਨੂੰ ਇੱਕ ਵਾਰੀ ਦੁਬਾਰਾ ਇਹ ਸਾਰੇ modules ਬਟ ਅਸੀਂ ਟਾਈਮ ਮਿਲੇਗਾ ਕਿ ਨਹੀਂ, ਤੇ ਗੁਰੂ ਸਾਹਿਬ ਨੇ ਇੱਕ ਆਪਣੇ ਆਪ ਹੀ ਇਹ ਸਬਬ ਬਣਾ ਦਿੱਤਾ। ਤੇ ਹੁਣ ਸੈਕਿੰਡ ਟਾਈਮ ਜਦੋਂ ਮੈਂ ਇਸ ਮੋਡਿਊਲ ਦੇ ਥਰੂ ਜਾ ਰਹੀ ਹਾਂ, ਤੇ ਇਟ ਇਜ਼ ਸੋ ਅਮੇਜ਼ਿੰਗ ਟੂ ਸੀ, ਇਟ ਇਜ਼ ਸੋ ਹੰਬਲਿੰਗ। ਜਿਹੜਾ ਅੱਜ ਦਾ ਤੁਹਾਡਾ ਐਕਸਪਲੇਨੇਸ਼ਨ ਸੀਗਾ ਨਾ, ਉਹਦੇ ਤੋਂ ਇਹ ਮੈਨੂੰ ਹੁਣੇ ਸਟ੍ਰਾਈਕ ਹੋਇਆ ਸੁਣਦੇ ਸੁਣਦੇ ਕਿ ਬਈ ਵਾਹਿਗੁਰੂ ਨੇ ਸਾਡੇ ਵਾਸਤੇ ਕੀ ਕੁਝ ਕੀਤਾ ਹੋਇਆ ਹੈ, ਤੇ ਅਸੀਂ ਕਰਦੇ ਪਹਿਲੇ ਹੁੰਦਾ ਵੀ ਇਹ ਮੈਨੂੰ ਰਿਟਰਨ ਕੀ ਮਿਲੇਗਾ, ਫਿਰ ਅਸੀਂ ਆਪਣੇ ਬੱਚਿਆਂ ਵਿੱਚ ਇਸ ਵਾਸਤੇ ਵੀ ਕੁਝ ਕਰਦੇ ਆ ਨਾ, ਤੇ ਉਹ ਮੰਨੀਏ ਜਾਂ ਨਾ ਮੰਨੀਏ, ਇਹ ਬੜੀ ਆਮ ਜੀ ਇੱਕ ਧਾਰਨਾ ਹੁੰਦੀ ਹੈ, ਇਹ ਮੇਰਾ ਬੁਢਾਪੇ ਦਾ ਸਹਾਰਾ ਹੋਏਗਾ। ਯੂ ਨੋ ਦਿਸ ਇਜ਼ ਅ ਕਾਮਨ ਥਿੰਗ। ਮਤਲਬ ਲੁੱਕ ਐਟ ਵਾਹਿਗੁਰੂ ਨੇ ਕਿੰਨਾ ਕੁਝ ਕੀਤਾ ਹੈ, ਔਰ ਇਹ ਸਾਰਾ ਕੁਝ ਸਾਡੇ ਵਾਸਤੇ ਕਰਨ ਦੇ ਬਾਵਜੂਦ ਉਹ ਸਾਡੀਆਂ ਬੇਵਕੂਫੀਆਂ ਵੀ ਟੋਲਰੇਟ ਕਰ ਰਿਹਾ ਹੈ, ਸਾਡੀਆਂ ਮੂਰਖਤਾ ਆਏ ਦਿਨ ਜਿਹੜਾ ਅਸੀਂ ਖਿੰਨ ਭੁੱਲਣ ਹਾਰ ਹਾਂ ਆਪਣੇ ਲੇਖੇ ਜਿਹਦੇ ਕਰਕੇ ਬਣਾਉਂਦੇ ਆ, ਫਿਰ ਉਹਨੂੰ ਟੋਲਰੇਟ ਕਰਕੇ ਫਿਰ ਉਹ ਸਾਨੂੰ ਉਹਦੇ ਵਾਸਤੇ ਦਿਨ ਖਿੰਨ ਮਾਫ ਵੀ ਕਰਦਾ ਹੈ। ਮਤਲਬ ਇਹ ਚੀਜ਼ ਇੱਥੋਂ ਅੱਜ ਟੇਕ ਅਵੇ, ਇਟਸ ਅ ਟੇਕ ਅਵੇ ਫॉर ਮੀ ਕਿ ਬਈ ਲੁੱਕ ਐਟ ਦ ਮੈਗਨੈਨਿਮਿਟੀ। ਫਿਰ ਅਸੀਂ ਐਸੇ ਰੱਬ ਦੇ ਬੱਚੇ ਬਣਨ ਨੂੰ ਤੇ ਦੌੜਦੇ ਪਿਆ, ਪਰ ਕਹਿੰਦੇ ਨੇ ਨਾ ਪਿਤਾ ਬਣਨ ਵਾਸਤੇ ਜੀਨਸ ਹੁੰਦੇ ਨੇ, ਜ਼ਿਆਦਾਤਰ ਇਹੀ ਹੁੰਦਾ ਹੈ ਸਾਡੇ ਵਿੱਚ। ਮਤਲਬ ਮੈਨੂੰ ਤੇ ਲੱਗ ਰਿਹਾ ਸੀ ਕਿ ਕਿਹੜੇ ਜੀਨ ਨੇ ਵੀ ਮੈਂ ਕਿਸ ਆਪਣੇ ਰੱਬ ਨੂੰ ਪਿਤਾ ਬਣਾਉਣ ਨੂੰ ਫਿਰ ਰਹੀ ਹਾਂ, ਬਟ what do I have in common with so the very beautifully explained the magnanimity and I hope it was very much। ਵਾਹਿਗੁਰੂ ਜੀ ਕਾ ਖਾਲਸਾ। ਇਹ ਨਾ ਜਦੋਂ ਮੈਂ ਇੱਕ ਤਰ੍ਹਾਂ ਨਾਲ ਸੀਕੁਐਂਸ ਵਿੱਚ ਰੱਖ ਕੇ ਦੇਖਿਆ, ਜਿਵੇਂ ਕਹਿੰਦੇ ਨਾ ਕਿ ਅੰਦਰੋਂ ਦੀ ਪਤਾ ਲੱਗਦਾ ਕੀ ਹੈ, ਤੇ ਮੈਨੂੰ ਇਹ ਲੱਗ ਰਿਹਾ ਸੀ ਅਸੀਂ ਇਸ ਜਨਮ ਚ ਆ ਕੇ ਇਤਨੀ ਦੇਰ ਦੇ ਬਾਅਦ ਪਤਾ ਨਹੀਂ ਕਦੋਂ ਵਿਛੜੇ ਆ, ਔਰ ਸਾਨੂੰ ਅਜੇ ਵੀ ਚਾਹ ਨਹੀਂ ਹੈ ਕਿ ਵਾਪਸ ਪਰਮਾਤਮਾ ਨੂੰ ਮਿਲੀਏ। ਔਰ ਪਰਮਾਤਮਾ ਨੇ ਤੇ ਜਦੋਂ ਸਾਨੂੰ ਆਪਣੇ ਤੋਂ ਵਿਛੋੜਿਆ ਹੋਏਗਾ ਤਾਂ ਤੋਂ ਹੀ ਵੇਟ ਕਰ ਰਿਹਾ ਹੋਏਗਾ। ਤਾਂ ਉਹ ਅਸੀਂ ਕਿੱਦਾਂ ਭੁੱਲ ਜਾਂਦੇ ਹਾਂ ਉਸ ਗੱਲ ਨੂੰ ਕਿ ਜਿਵੇਂ ਅਸੀਂ ਮਾਪੇ ਹੁੰਦੇ ਆ ਦੂਰ ਜਾਣ ਤੇ ਸਾਨੂੰ ਤੇ ਉਸੇ ਦਿਨ ਦਾ ਇੰਤਜ਼ਾਰ ਹੁੰਦਾ, ਹੁਣ ਅੱਜ ਭੇਜ ਰਹੇ ਆ ਬੱਚੇ ਨੂੰ, ਪਤਾ ਨਹੀਂ ਕਦੋਂ ਮੁੜ ਆਏਗਾ। ਤੇ ਜਦੋਂ ਜੋ ਵੀ ਉਹਨੇ ਗੇਮ ਚਲਾਈ ਹੈ, ਜਦੋਂ ਭੇਜਿਆ ਹੋਏਗਾ ਤੇ ਉਹਨੂੰ ਕਿਤਨਾ ਲੰਬਾ ਇੰਤਜ਼ਾਰ ਹੋਏਗਾ, ਸਾਨੂੰ ਤੇ ਸਮਝ ਹੀ ਨਹੀਂ ਆਈ। ਤੇ ਅਸੀਂ ਆਪਣਾ ਕਹਾਣੀ ਕਹੀ ਜਾ ਰਹੇ ਹਾਂ ਕਿ ਸਾਨੂੰ ਇਹ ਹੋ ਗਿਆ, ਉਹ ਹੋ ਗਿਆ, ਉਹ ਹੋ ਗਿਆ, ਪਰ ਉਹ ਪਰਮਾਤਮਾ ਨੇ ਭੇਜਣ ਤੋਂ ਬਾਅਦ ਵੇਟ ਕਰ ਰਿਹਾ ਕਿ ਹੁਣ ਇਹ ਬੱਚੇ ਮੁੜ ਕੇ ਆਣਗੇ ਘਰ। ਤੇ ਅਸੀਂ ਕਿਤੇ ਨਾ ਕਿਤੇ ਉਹ ਪੁਆਇੰਟ ਹੀ ਮਿਸ ਕਰ ਦਿੱਤਾ, ਉਹਨੂੰ ਸਾਹਮਣੇ ਨਹੀਂ ਲਾਈਫ ਵਿੱਚ ਲੈ ਕੇ ਆਏ। ਸੋ ਇੱਕ ਫੀਲਿੰਗ ਜ਼ਰੂਰ ਸੀ ਜਦੋਂ ਇਹ ਪਤਾ ਲੱਗਿਆ ਕਿ ਇਹ ਸਭ ਇਵੋਲੂਸ਼ਨ ਥਿਓਰੀ ਹੈ, ਅਸੀਂ ਕੀ ਕੁਝ ਰਹੇ ਹੋਵਾਂਗੇ, ਕੀ ਕੁਝ ਹੋਇਆ ਹੋਏਗਾ, ਪਰਮਾਤਮਾ ਨੇ ਕਿੰਨਾ ਜ਼ਿਆਦਾ ਐਫਰਟ ਪਾਇਆ ਹੋਇਆ ਉਹਦੇ 'ਚ। ਤੇ ਇਟ ਬਿਕਮਸ ਅ ਵੈਰੀ ਹੰਬਲਿੰਗ ਐਕਸਪੀਰੀਅੰਸ, ਕਿਉਂਕਿ ਅਚਾਨਕ ਲੱਗਦਾ ਕਿ ਬਹੁਤ ਹੀ ਜ਼ਿਆਦਾ ਛੋਟੇ ਹੋ ਗਏ। ਮਤਲਬ ਪਹਿਲਾਂ ਤੇ ਛੋਟੇ ਚਲੋ ਸੁਣ ਕੇ ਕਹੀਦਾ ਸੀ, ਪਰ ਇਸ ਤੋਂ ਬਾਅਦ ਲੱਗਿਆ ਕਿ ਨਹੀਂ ਇਹ ਤੇ ਮਤਲਬ ਨॉन ਐਗਜ਼ਿਸਟੈਂਟ ਜਿਹਾ ਹੁਣ ਬਿਲਕੁਲ ਬਿਲਕੁਲ ਫੀਲਿੰਗ ਆਉਂਦੀ ਹੈ। ਬਿਲਕੁਲ ਠੀਕ ਕਿਹਾ ਤੁਸੀਂ। ਬਿਲਕੁਲ, ਥੈਂਕ ਯੂ ਸੋ ਮਚ। ਹਾਂਜੀ, ਕਿਸੇ ਦਾ ਹੋਰ ਕੋਈ ਸਵਾਲ ਹੈ? ਮੈਂ ਤੁਹਾਡਾ ਸ਼ਾਇਦ ਜ਼ਿਆਦਾ ਟਾਈਮ ਤੇ ਨਹੀਂ ਲੱਗ ਗਿਆ। ਹੈਲੋ, ਹਾਂਜੀ ਵੀਰ ਜੀ। ਹਾਂ, ਹੋਰ ਕਿਸੇ ਦਾ ਕੁਐਸਚਨ ਹੈਗਾ ਜੀ? ਚਲ ਮੈਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਵਾਕਈ ਜੋ ਤੁਸੀਂ ਇਤਨਾ ਰਿਸਰਚ ਕਰਕੇ ਔਰ ਇਹਨਾਂ ਅਧਿਐਨ ਕਰਕੇ ਸਾਨੂੰ ਸਮਝਾਇਆ, ਕਈ ਵਾਰੀ ਅਸੀਂ ਬਾਣੀ ਪੜ੍ਹਦੇ ਹਾਂ ਲੇਕਿਨ ਜੋ ਤੁਸੀਂ ਕਾਸਮਿਕ ਪਾਵਰ ਔਰ ਜੋ ਡਾਇਮੈਂਸ਼ਨਲ ਵੇ ਨਾਲ ਤੁਸੀਂ ਸਾਂਝ ਕੀਤੀ ਹੈ ਨਾ, ਅਸੀਂ ਕਿ ਦੇਖੋ ਰੋਜ਼ ਅਸੀਂ ਰਹਿਰਾਸ ਸਾਹਿਬ ਵਿੱਚ ਪਾਠ ਕਰਦੇ ਹਾਂ, ਉਸ ਤੇ ਸਾਨੂੰ ਸਮਝ ਨਹੀਂ ਆਉਂਦੀ ਹੈ ਡਾਇਮੈਂਸ਼ਨ ਦੀ। ਜਿਹੜਾ ਹੁਣੇ ਏਕਮ ਜੀ ਨੇ ਵੀ ਕਿਹਾ, ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਲੀ ਗਹੀਰਾ, ਕੋਈ ਨਾ ਜਾਣੇ ਤੇਰਾ ਕੇਤਾ ਕੇ ਵੱਡ ਚੀਰਾ। ਹੁਣ ਉਹ ਚੀਰੇ ਦੀ ਗੱਲ ਜਿਹੜੀ ਹੈਗੀ ਹੈ, ਉਹਦੀ ਜਿਹੜੀ ਡਾਇਮੈਂਸ਼ਨ ਹੈਗੀ ਹੈ, ਉਹਨੂੰ ਅੱਜ ਤੁਸੀਂ ਖੋਲ ਕੇ ਦੱਸਿਆ ਕਿ ਬਾਈ
एक साह की कीमत यह चीरा हैगा ओदा। ते मतलब वाकई मतलब आनंद आ गया कि गुरबानी दे विच जिसले हुण कोई भी लाइन पढ़ांगे ते फिर वड्डी तेरी वडियाई ओदे वड्डे दी वडियाई जिहड़ी वो नजर आएगी। दा तरीका समझण दा तरीका एक अलग हो जाएगा और सानू है बिल्कुल एक किस्म नाल मैं कहांगा कि जो तुसी इतना बिग बैंग तो लैके हिस्टोरिकल एविडेंस दिते ਉਹਦੇ ਨਾਲ एक साइंटिफिक वे नाल गुरबानी नू एक मिथ नहीं है। गुरबानी एक ऐसी चीज है चानन है जेड़ा कि साइंटिफिक वे नाल भी पूरे दा पूरा बिफोर टाइम कनेक्ट कर। वंडरफुल सर, बहुत बहुत मेन चीज है कि सानू एक ते उदी बेअंतता और उदियां जो ग्रेस है दोनों ही बड़े खुल के सामने आते। एक ते बेअंत तो है ही, वो तो साइंस भी कहती सब कहते हैं, किन्ना को बेअंत थोड़ा ज्यादा फील आंदा है, और दूसरा ਉਹਦਾ किन्ना ਵੱਡਾ ग्रेस है किथे ਉਹ फीलिंग भी आंदी है। ਤੇ बस ये दो चीज़ां ते बहुत जरूरी भी ने सानू सस्टेन करने ਲਈ। और कोई किसी का क्वेश्चन है जी? वीर जी, भैन जी, बीबी जी? नहीं तो असी अपना है जी कल की क्लास है उन्होंने 2 मिनट वास्ते असी सांझ कर लिए, थोड़ा वो सानू एडवांस ही थोड़ा जा दस देंगे। ते वीर गुरमीत सिंह जी मेरी आवाज सुनते हो ते वो जरा आके कल दे बारे जो साडा संडे नू 6:30 बजे क्लास है ਉਹਦੇ बारे थोड़ा ज्ञान दे देंगे ताकि असी सारे मनो एकदम अपने आप नू ट्यून कर लांगे। यू नो इट्स लाइक कैलिब्रेटिंग अवर माइंड ऑन टू दैट। सो वीर गुरमीत सिंह जी तुसी प्लीज जरा फिर कल दे बारे सानू दस पाओ। सत श्री अकाल जी, वाहिगुरु जी का खालसा, वाहिगुरु जी दी फतेह। कल असी शुरू करांगे तीजी पौड़ी तो ते एक समराइज कर लांगे वेरी ब्रीफली लेसन्स लर्नड फ्रॉम फर्स्ट एंड सेकंड पौड़ी। ते पूरी श्रृंखला हैगी है, पहली, दूजी, तीजी, इस तरह असी तीजी पौड़ी तो शुरू करके ते 7वीं पौड़ी तक कल कवर करांगे। ते मेरी बेसिकली अटेम्प्ट है कि सीक्वेंस नू भी समझा जाए कि ये जेड़ी पौड़ियां ने आपस विच इंटरलिंक हैगियां ने, ते जिन्ने भी लैसन्स असी लर्न कर रहे हैं फर्स्ट, सेकंड, थर्ड, पहली, दूजी, तीजी, चौथी, पंजवीं पौड़ी, ये सारे लाइफ विच किस तरह असी अप्लाई कर सकते हैं। आज जेड़ा असी लैसन सीखिया अबाउट इनफाइनाइट एंड हिज ग्रेस, यही चीज असी कल चौथी पौड़ी भी सेम चीज आएगी। साचा साहिब साच नाई बाख्या भाव अपार, This is the language of infinite love। ते साहिब सानू रब दे ते असी किस तरह रब दी वैल्यूज नू अपने लाइफ विच इंबाइब कर सकते हैं वो भी दसदा है। ते मैं ये भी चाहांगा कल असी थोड़ी शेयरिंग कर सकते हैं आफ्टर द डिस्कशन। ए जेड़ी 7 पौड़ियां असी शेयर कीतियां ने, अपनी केड़े मतलब चैलेंजेस कीते जदों ए लैसन्स नू असी अप्लाई कीता, ते फिर बहुत ज्यादा मजा आंदा उस शेयरिंग के अंदर। मैं अपनी लाइफ का भी शेयर करांगा ते कोई भी शेयर कर सकते हैं। ते एज अ मॉरल कंपस, as an active tool to guide us, becomes more than a mantra. It actually becomes ever present for us। ते इस तरह मैं कल सांझ करांगा meaning as well as tool to guide us in life, इस भाव में। वेलकम है, वी हैव स्टिल ते फिर असी फतेह बुला सकते हैं। प्लीज एनीबॉडी हैव एनी सजेशन और जी हैदराबाद तो अज तुहाडे विचार सुने नहीं मंजीत जी,
अनम्यूट कर लो। हाँ जी, हाँ जी, बहुत मेहरबानी, तुसी मैनू एटलीस्ट ना लैके बुलाया। आई फील रिकॉग्नाइज्ड एंड फील अप्रिशिएटेड। बहुत बहुत मेहरबानी। It was a very interesting topic to take us back, you know, and break it down to the level of present age. It was enormous. My only question would be, बेनती की थी, मैं एक सवाल पूछ लेना। 22 December ਨੂੰ ਇਹ ਹੋਇਆ, ਫਲਾਣੀ ਤਰੀਕ ਨੂੰ ਹੋਇਆ। What is our basis of zeroing in onto those particular dates? That will be my curiosity. हाँ जी ਵੀਰ ਜੀ, ਇਸ ਤਰ੍ਹਾਂ ਜਿਹੜੀਆਂ ਸਾਇੰਟਿਫਿਕ ਸਟੱਡੀਜ਼ ਹੁੰਦੀਆਂ ਨਾ, ਉਹਦੇ ਵਿਚਕਾਰ ਬਹੁਤ ਜ਼ਿਆਦਾ ਜੋ ਹੈਲਪ ਕਰਦੀ ਹੈ, ਉਹ ਇੱਕ ਨਾ ਜਿਹਨੂੰ ਅਸੀਂ ਨਿਊਕਲੀਅਰ એનર્ਜੀ ਦੇ ਵਿੱਚ ਹਾਫ ਬੋਲਦੇ। ਤੇ ਜਦੋਂ ਕੋਈ ਚੀਜ਼ ਜਿਸ ਸਾਡੇ ਵਿੱਚ ਕਿਤੇ ਨਾ ਕਿਤੇ ਥੋੜੀਆਂ ਨਿਊਕਲੀਅਰ એનર્ਜੀਜ਼ ਹੁੰਦੀਆਂ ਜਾਂ ਨਿਊਕਲੀਅਰ ਸਬਸਟੈਂਸਿਸ ਹੁੰਦੇ ਨੇ, ਸਬਸਟੈਂਸਿਸ ਓਵਰ ਅ ਪੀਰੀਅਡ ਆਫ ਟਾਈਮ ਆਪਣੇ ਆਪ ਹੀ ਅੱਧੇ ਰਹਿ ਜਾਂਦੇ ਆ। ਤੇ ਉਹਦੇ ਵਿੱਚ ਬੋਨ ਵਿੱਚ ਮੇਨ ਪਾਰਟ ਵਿੱਚ ਕਿੰਨਾ ਹੈ ਔਰ ਜਿਹੜਾ ਜਿਹਦੇ 'ਚ ਰਿਡਿਊਸ ਹੋਇਆ ਕਿਤਨਾ, ਉਹਦੇ ਹਿਸਾਬ ਨਾਲ ਨਾ ਲਿੰਕ ਕਰਨ ਦੀ ਕੋਸ਼ਿਸ਼ ਕਰਦੇ ਆ ਜਦੋਂ ਉਹਨੂੰ ਫੋਸਿਲਸ ਮਿਲਦੇ ਆ। ਤੇ ਉਹਦੇ ਨਾਲ ਉਹਦੀਆਂ ਸਟੱਡੀਜ਼ ਨੂੰ ਕਨਕਲੂਡ ਕਰਦੇ ਨੇ ਕਿ ਇਸ ਦੇ ਵਿਚਕਾਰ ਇਹ ਜਿਹੜੇ ਫੋਸਿਲ ਮਿਲ ਗਏ, ਫੋਸਿਲ ਮਤਲਬ ਜਿਹੜੀਆਂ ਪੁਰਾਣੀਆਂ ਕਿਤੇ ਹੱਡੀਆਂ ਮਿਲ ਗਈਆਂ, ਕੁਛ ਹੋ ਗਈਆਂ, ਤੇ ਕਿ ਪੁਰਾਣੀ ਹੱਡੀ ਹੈ ਉਹਦੀ ਏਜ ਨਿਕਾਲੀ ਜਾ ਸਕਦੀ ਹੈ। ਜਾਂ ਕੋਈ ਹੋਰ ਸਬਸਟੈਂਸ ਮਿਲ ਗਿਆ ਕਿ ਇਹ ਅੱਜ ਤੋਂ ਕਰੀਬ 40 ਲੱਖ ਸਾਲ ਪੁਰਾਣਾ ਜਾਂ 60 ਲੱਖ ਸਾਲ ਪੁਰਾਣਾ ਹੈ, ਉਹ ਨਿਊਕਲੀਅਰ ਸਬਸਟੈਂਸ ਦੀ ਹਾਫ ਏਜ ਪ੍ਰਿੰਸੀਪਲ ਤੇ ਹੁੰਦਾ ਹੈ। ਉਸ ਤੋਂ ਇਲਾਵਾ ਵੀ ਜਿਹੜੇ 2-3 ਹੋਰ ਵੀ ਚੀਜ਼ਾਂ ਨੇ ਜਿਹੜੀਆਂ ਬਹੁਤ ਕੰਪਲੈਕਸ ਨੇਚਰ ਦੀਆਂ, ਉਹਨਾਂ ਸਾਰਿਆਂ ਨੂੰ ਕੰਬਾਈਨ ਕਰਦੇ ਨਿਕਾਲਣ ਦੀ ਕੋਸ਼ਿਸ਼ ਕਰਦੇ ਆ ਕਿ ਇਹ ਜਿਹੜੇ ਜੀਵ ਸਾਨੂੰ ਮਿਲ ਰਹੇ ਨੇ ਇਹ ਉਸ ਟਾਈਮ ਤੇ ਸਨ, ਮਤਲਬ ਉਸ ਤੋਂ ਪਹਿਲਾਂ ਦੇ ਤੇ ਮਿਲ ਹੀ ਨਹੀਂ ਰਹੇ, ਉਸ ਤੋਂ ਪਹਿਲਾਂ ਤੁਹਾਨੂੰ ਕੁਝ ਹੋਰ ਮਿਲਦਾ ਹੈ। ਉਹ ਜਿਹੜੀ ਜਿਓਲੋਜੀ ਸਬਜੈਕਟ ਹੈ ਉਹਦੇ 'ਚ ਕਾਫੀ ਡਿਟੇਲ 'ਚ ਪੜ੍ਹਾਏ ਜਾਂਦੇ, ਹਾਲਾਂਕਿ ਮੈਂ ਉਹ ਸਬਜੈਕਟ ਨਹੀਂ ਪੜ੍ਹਿਆ, ਬਟ ਮੋਟੇ ਤੌਰ ਤੇ ਜੋ ਸਾਇੰਟਿਫਿਕ ਪ੍ਰਿੰਸੀਪਲਸ ਹੈ ਉਹ ਜ਼ਰੂਰ ਪਤਾ ਹੈ। So where did you get this information from? Is it a book that you can reference and share with the audience, or what is your internet ਤੇ ਪੜ੍ਹਨਾ ਪੈਂਦਾ ਹੈ ਅੱਜਕੱਲ। ਬਾਰ-ਬਾਰ ਤੁਹਾਨੂੰ ਇੱਕ ਟੌਪਿਕ ਪਕੜੋ, ਉਹਦੇ ਤੇ ਸਟੱਡੀ ਕਰੋ, ਫਿਰ ਉਸ ਤੋਂ ਹੋਰ ਟੌਪਿਕ ਮਿਲਣੇ ਸ਼ੁਰੂ ਹੁੰਦੇ ਆ ਤੇ ਕੁਛ ਨਾ ਕੁਛ ਇਨਫੋਰਮੇਸ਼ਨ ਆ ਜਾਂਦੀ ਹੈ। ਅੱਜ ਅਸੀਂ ਬੜੇ ਫੋਰਚੂਨੇਟ ਹਾਂ ਕਿ ਇੰਟਰਨੈਟ ਏਜ ਵਿੱਚ ਇਨਫੋਰਮੇਸ਼ਨ ਫਲੋ ਜਿਹੜਾ ਇੱਕ ਵੰਡਰ ਦੀ ਤਰ੍ਹਾਂ ਹੈ। ਮਤਲਬ ਕਿ ਮੈਂ ਹੈਰਾਨ ਹੁੰਦਾ, ਅਸੀਂ ਇੱਕ ਪਾਰਟਿਕੂਲਰ ਟੌਪਿਕ ਉਠਾਈਏ ਤੇ 1.2 ਮਿਲੀਅਨ ਸਿੱਧਾ ਰਿਪਲਾਈ ਆਉਂਦੇ ਨੇ। 1.2 ਮਿਲੀਅਨ ਆਪ ਜਿਸ ਤਰ੍ਹਾਂ ਲੱਗਦਾ ਮੈਂ ਇਹਨਾਂ ਚੋਂ ਕਿਹੜਾ ਪਿਕ ਕਰਾਂਗਾ, ਬਟ ਜਿਹੜੇ ਮੋਸਟ ਇੰਪੋਰਟੈਂਟ ਆ ਉੱਪਰ ਹੁੰਦੇ ਆ, 2-4 ਤੁਹਾਨੂੰ ਬੇਕਾਰ ਮਿਲ ਜਾਣਗੇ। ਥੋੜਾ ਪੜ੍ਹ ਕੇ ਉਹਨਾਂ ਨੂੰ ਬੰਦ ਕਰ ਦਿਓ, ਵਿੱਚ ਤੁਹਾਨੂੰ ਇੱਕ ਸੈਂਟੈਂਸ ਮਿਲ ਜਾਏਗਾ। ਫਿਰ ਉਸ ਸੈਂਟੈਂਸ ਨੂੰ ਜਦੋਂ ਤੁਸੀਂ ਐਕਸਪੈਂਡ ਕਰਦੇ ਹੋ ਨਾ ਵਾਪਸ ਜਾ ਕੇ ਕਿ ਮੈਨੂੰ ਇਹਦੇ ਬਾਰੇ ਹੋਰ ਨੌਲੇਜ ਚਾਹੀਦੀ ਹੈ, ਫਿਰ ਨਹੀਂ ਹੈ। ਪਹਿਲਾਂ ਬਹੁਤ ਮੁਸ਼ਕਿਲ ਸੀ ਇਹਨਾਂ ਚੀਜ਼ਾਂ ਦੀ ਸਟੱਡੀ ਕਰਨਾ, ਹੁਣ ਤੇ ਰਿਸਰਚ ਇੱਕ ਤਰ੍ਹਾਂ ਦੀ ਸਟੱਡੀ ਰਹਿ ਗਈ ਹੈ, ਟਰੂ ਰਿਸਰਚ ਨਹੀਂ ਹੈ। ਮਤਲਬ ਤੁਹਾਡੇ ਕੋਲ ਡਾਕੂਮੈਂਟ ਸਾਹਮਣੇ ਪਏ ਆ, ਪੜ੍ਹ ਲੈ ਹੁੰਦਾ ਸੀ, ਆਪਣੇ ਆਪ ਕਨਕਲੂਜਨ ਕੱਢਣੇ ਜਾਂ ਕੁਛ ਹੈ। ਹੁਣ ਮੋਸਟ ਆਫ ਦ ਥਿੰਗਸ ਆਰ ਅਵੇਲੇਬਲ ਐਜ਼ ਅ ਸਟੱਡੀ। ਤੁਸੀਂ ਗੱਲ ਕੀਤੀ ਸੀ about the book The Language of God. I have already started searching the language of God on my other computer and I am trying to download it because that book is of very, very deep interest to me. Yeah. I really want to see what do they talk about in that book. ਉਹਦੇ ਨਾਲ ਹੋਰ ਵੀ ਕਾਫੀ ਕਿਤਾਬਾਂ, Is there God or not, Language of God, ਹੋਰ ਕਾਫੀ books ਮੈਨੂੰ ਲੱਭ ਗਈਆਂ। So I really appreciate that information. That was a great source or topic, you know. और नेक्स्ट टॉपिक साडा वही एक काफी लंबा टॉपिक है एक्चुअली, इज देयर ए गॉड। वो छोटा नहीं है, शायद 2 या 3 पार्ट ਵਿੱਚ ਹੋਏਗਾ ਤੇ ਕਿਉਂਕਿ ਇਹ ਸਾਰਿਆਂ ਦੇ ਵਿਊਜ਼ ਲੈ ਸੀਰੀਜ਼ ਮੈਂ ਤੁਹਾਡੀਆਂ ਸੀਰੀਜ਼ ਦੇਖੀਆਂ ਆਈਆਂ ਪਹਿਲੇ। I was getting it on WhatsApp. I have gone through the whole thing. We have spoken to each other also. ਹਾਂਜੀ ਮੈਨੂੰ ਯਾਦ ਹੈ ਜੀ, ਸਾਡੀ 2 ਵਾਰ ਗੱਲ ਹੋਈ ਹੈ ਪਹਿਲੇ। Okay, thank you. डॉक्टर संध्या जी, आप हो तो कोई आपने क्वेश्चन करना हो, वार्तालाप करनी हो। डॉक्टर जयराज सिंह जी देहरादून से हैं, वो गल करना चाहें। संध्या डॉक्टर जी आपने करना हो तो। हिना रजानी जी।
हेलो गुरविंदर वीर जी से हिना हिना जी, कोई आपने क्वेश्चन करना हो डॉक्टर हिना जी? हिना हिना Not audible. Because this is sharing knowledge and understanding together. वाहिगुरु जी का खालसा, वाहिगुरु जी की फतेह. फतेह. I am a real layman. I didn't know all these things which I learned it today, and I'm really honored to be the part of this Gurbani Vichar, divine Gurbani Vichar, which Bhaiya has started. I really give him all credits because I am like a kindergarten child. I've been, willing to learn. We are nursery and child. I'm learning so many things, like which I studied science, but so many years back and all in such detail and microscopic details. I'm learning it today. So thank you so much. I'm waiting for where is the God? I want to know. Yes, and how to attain him. We will talk about it. Thank you. Thank Dr. Thank you so much. डॉक्टर जयराज जी मेरी आवाज सुनते हो देहरादून तो उन्होंने साड़ी क्लासेस अटेंड कर रहे हैं. वी विश दैट ਤੁਸੀਂ ਆਪਣਾ ਜ਼ਰੂਰ ਸ਼ੇਅਰ ਕਰੋ ਪਲੀਜ਼ ਡਾਕਟਰ ਸਾਹਿਬ. ਡੈਫੀਨਿਟਲੀ ਨਹੀਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ. ਮੈਂ ਡੈਫੀਨਿਟਲੀ ਤੁਹਾਡੇ ਸੀਰੀਜ਼ ਜਿਹੜੇ ਹੌਲੀ ਹੌਲੀ ਹੁਣ ਇਹਦੇ ਵਿੱਚ ਮੈਂ ਐਂਟਰ ਕਰ ਰਿਹਾ ਹਾਂ ਤੇ ਆਈ ਐਮ ਨਾਓ ਇਟਸ ਜਸਟ ਲਾਈਕ अर्लियर डॉक्टर हिना we are to these things so that we can prepare our mind at what we are today. It's very difficult to because why difficult, because we have never imagined I am already 50 years old. 50 साल काटते मैं ये सोचा ही नहीं कुछ. You won't believe कि पता ही नहीं. ठीक है, like going to गुरुद्वारा थोड़ा पाठ कर लिया, just I have limited myself to that. But now I am thinking that whatever is left with us, now let makes the ultimate use of that. So definitely this lectures and everything is for us, to understand the things. Very privileged that I am joined with this group, and thanks very much. Vaheguru Ji da Khalsa, Vaheguru Ji di Fateh. Thank you. Swaranjit Singh Ji, Ahuja Sahab, you can share your thought. We have another 5 minutes. Swaranjit Singh Ji मेरी आवाज सुनते हों ते वो गल करन या डीपी सिंह जी गल करन, जसजीत कौर जी गल करना चाहन ते because we have to open up. और जिस तरह असी क्वेश्चन करांगे ते सानू होर सांझ पैंदी है एक दूसरे दे नाल. तजिंदरपाल जी गल करना चाहन, सतपाल जी गल करना चाहन. चरणजीत जी मैं थोड़ा इंटरप्ट कर रहा. मैंने ये अंडरस्टैंडिंग सी कि दिस सेशन इज फॉर 1 आवर एंड पहले 40-45 मिनट्स असी स्पीकर बोलणगे, फिर 15 मिनट क्वेश्चन आंसर होंगे. हाँ जी, वी आर एक्सटेंडिंग इट, आई थिंक देन पीपल शुड बी अवेयर. ਜਿਹੜੀ ਸੰਗਤ ਹੈ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਅਸੀਂ 1.5 ਜਾਂ पौने 2 घंटे ਵੱਲ ਜਾ ਰਹੇ ਹਾਂ. ਬਟ आई थिंक ਐਬਜ਼ੌਰਬ ਕਰਨ ਲਈ 1 ਘੰਟਾ भी बहुत ਹੁੰਦਾ है. और मेरा भी ये व्यू पॉइंट है कि 45 मिनट्स प्लस 15 मिनट्स वाले फॉर्मेट ते ही चलिए ਅਸੀਂ. राइट. वैसे ਤੁਸੀਂ ਕਹੋਗੇ ਸਾਰਿਆਂ ਨੂੰ ਅਗਰ ਮਤਲਬ ਚਾਹੁੰਦੇ ਨੇ ਤੇ ਅਸੀਂ ਵਧਾ ਵੀ ਸਕਦੇ ਹਾਂ. ठीक है सर, ठीक है. हेलो, संगत अपना व्यू पॉइंट रख सकती है. वी कैन देन प्रीवियसली वी थॉट इट. फिर वो पिछली बारी जो प्रोग्राम होया सी ਉਹਦੇ ਵਿੱਚ 1 घंटा ਲੱਗਾ ਸੀ ਤੇ ਅਸੀਂ ਕਿਹਾ ਸ਼ਾयद वी कैन एब्जॉर्ब इट ਤੇ ਅਦਰਵਾਈਜ਼ ਅਸੀਂ ਦੇਖ ਸਕਦੇ ਹਾਂ ਜਿਸ ਤਰ੍ਹਾਂ 45 ਮਿੰਟਸ ਪਲੱਸ 15 ਮਿੰਟ. ਜੀ ਕੁਝ ਕਹਿਣਾ ਚਾਹ ਰਹੇ ਨੇ? ਹਾਂਜੀ ਜੀ, ਮੈਂ ਮਨਜੀਤ ਬੋਲ ਰਿਹਾ. ਮੈਂ ਕਿਤਾਬ ਡਾਊਨਲੋਡ ਕਰ ਲਈ ਹੈ. ਇਟਸ ਅ PDF ਫਾਰਮੈਟ ਫਾਈਲ, ਦ ਲੈਂਗੁਏਜ ਆਫ ਗॉड. ਤੇ ਜੇ ਕਿਸੇ ਨੂੰ ਚਾਹੀਦੇ ਹੋਏ ਤੇ ਜਾਂ ਫਿਰ ਮੈਂ ਚਰਨਜੀਤ ਵੀਰ ਜੀ ਨੂੰ ਭੇਜ ਦਿਆਂਗਾ, ਉਹ ਆਪੇ ਡਿਸਟ੍ਰੀਬਿਊਟ ਕਰ ਦੇਣ, ਜਾਂ ਤੁਸੀਂ ਮੈਨੂੰ ਈਮੇਲ ਕਰੋ, whatever is feasible, but I will send it to Charanjit Shah ji. ठीक है. I'll send it tomorrow. I already downloaded it. So thank you sir, thank you very much. ਤੇ ਹੁਣ ਅਸੀਂ ਇਹਨੂੰ ਕੱਲ ਵਾਸਤੇ ਕਲੋਜ਼ ਕਰਦੇ ਹਾਂ ਔਰ ਆਪਣਾ ਹੁਣ ਸਾਰੇ ਡਿਨਰ ਕਰੋ, ਆਨੰਦ ਮਨਾਈਏ.
वाहिगुरु जी का खालसा वाहिगुरु जी की फतेह। बोले वाहिगुरु जी का खालसा वाहिगुरु जी की फतेह।